ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। आई नो इट्स ऑलमोस्ट एन एनिवर्सरी, एक्चुअली थोड़ा जो ऊपर हो चुका है 1 साल इस कोविड तो सारे जड़े असी की कह सकते हैं दुखी आए हुए हाँ दुखी भी आए हैं। अनप्रैसिडेंटेड ईयर गुजरिया 2020, मतलब कितना कुछ है जड़ा कि कैंसल करना पिया, पोस्टपोन करना पिया, भावें वो स्पोर्टिंग इवेंट सीगे, भावें वो कॉन्सर्ट सीगे। बट ਅੱਜ ਦਾ ਖਾਸ ਤੌਰ 'ਤੇ ਸਾਡਾ ਜਿਹੜਾ ਟੌਪਿਕ ਹੈਗਾ ਦਿਲ ਦਾ ਮਾਮਲਾ ਹੈ। ਕਿੰਨੀ ਕੁ ਦੇਰ ਤੁਸੀਂ ਦਿਲ ਪਿਆਰ ਨੂੰ ਵੇਟ ਕਰਵਾ ਸਕਦੇ ਹੋ? ਜੀ ਬਿਲਕੁਲ ਸਹੀ ਸਮਝੋ, ਮੇਰਾ ਮਤਲਬ ਹੈ, ਮੇਰਾ ਇਸ਼ਾਰਾ ਹੈ ਵਿਆਹਾਂ 'ਤੇ। ਵਿਆਹ ਜਿਹੜੇ ਕਿ ਸ਼ਡਿਊਲਡ ਸੀਗੇ, ਜਿਹੜੇ ਪਲਾਨ ਕੀਤੇ, ਜਿਹੜੇ ਬੱਚੇ ਤਿਆਰ ਸੀਗੇ ਕਿ ਅਸੀਂ ਇਸ ਸਾਲ ਵਿਆਹ ਕਰਾਉਣਾ ਹੈ, ਉਹਨਾਂ ਨੂੰ ਕੀ ਮੁਸ਼ਕਿਲਾਂ ਪਈਆਂ, ਕੀ ਉਹਨਾਂ ਨੇ ਚੇਂਜਸ ਲਿਆਂਦੇ, इसी चीज़ बारे असी अज गल करन लगे हाँ। सो प्लीज़ ज़रूर आराम नाल बैठ जाओ। बहुत ही आई थिंक आई एम वेरी इंटरस्टिड टू नो सीधा जिवें कहते हैं ना हॉर्सिस माउथ फर्स्ट एक्सपीरियंस जिन्होंने हैगा पेरेंट्स फैमिलीज़ साडे नाल जुड़न वालियां ने जिहड़े कि खुद जिन्हां ने विआह कीते मुंडियां दे कुड़ियां दे उस पीरियड दे विच इस साल दे विच ते उन्हां दा की एक्सपीरियंस सी। सो प्लीज़ मेरे नाल वेलकम करो अनीता एंड मिस्टर राजा भंडारी जी नूं। थैंक यू सो मच फॉर बीइंग हियर जी एंड बहुत तुहाडा धन्नवाद कि तुसी सानू अपना एक्सपीरियंस साडे नाल शेयर कर रहे हो। थैंक यू सो मच। सत श्री अकाल सारिਆਂ ਨੂੰ ਮੇਰੇ ਵੱਲੋਂ ਅਨੀਤਾ ਵੱਲੋਂ ਔਰ ਸਾਡੇ ਸਾਰੇ ਪਰਿਵਾਰ ਵੱਲੋਂ ਤੇ ਸਾਰਿਆਂ ਨੂੰ ਜਿਹੜੇ ਵੀ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਂਡ ਸਾਡੇ ਜਸ ਪੰਜਾਬੀ ਦਾ ਤਾਂ ਸਭ ਤੋਂ बहुत ज़्यादा शुक्रिया कि आज असीं अपने दिल दियां गल्लां करांगे, सारे खोलेंगे। नो वी रियली ग्रेटफुल अनीता जी कि तुसी एक्सेप्ट कीती साडी ए सजेशन कि तुसी अपनी फैमिली दी और जो थोड़े पर्सनल एक्सपीरियंसिस हैं वो तुसी शेयर करन लगे हो साडे नाल। सो आई एम रियली इंटरस्टिड बिकॉज मैं भी इनवाइटी सी थोड़ी डॉटर दी वेडिंग दे विच। सो मैनू पता है क्लोजली कि वो किस तरह चल रहा सी। सो पहले मैनू तो शुरुआत तो दसो थोड़ा कि शुरुआत ਜਿਹੜੀ ਹੋਈ ਕਿ ਨਾ ਪਹਿਲੇ ਜਦੋਂ ਡਿਸਾਈਡ ਕੀਤਾ ਸੀ ਵਾਟ ਹੈਪਨਡ, ਕਿਹੜੇ ਮੰਥ ਵਿੱਚ ਡਿਸਾਈਡ ਕੀਤਾ ਸੀ? ਹਾਂਜੀ ਇਹ ਪਹਿਲਾਂ ਤਾਂ ਮੈਂ ਸ਼ੁਰੂਆਤ ਕਰਾਂਗੀ ਕਿ ਸਾਕਸ਼ੀ ਦੇ ਡੈਡੀ ਜੀ ਦੱਸਣਗੇ। ਸਾਕਸ਼ੀ ਤੇ ਰਾਜਾ ਜੀ ਇੰਡੀਆ ਗਏ, ਥੋੜਾ ਜਿਹਾ ਐਕਸਪੀਰੀਅੰਸ ਉੱਥੋਂ ਦੱਸਣਗੇ। ਫਿਰ ਜਦੋਂ ਵਾਪਸ ਸ਼ਾਪਿੰਗ ਕਰਕੇ ਆਏ ਉਸ ਤੋਂ ਬਾਅਦ ਜੋ ਮੈਂ ਉਹਨੂੰ ਹੈਂਡਲ ਕੀਤਾ, ਸਮਾਨ ਹਲੇ ਤੱਕ ਵੀ ਪਿਆ ਹੋਇਆ ਹੈ ਐਜ਼ ਇਟ ਇਜ਼। ਸੀ ਇਸੇ ਟਾਈਮ ਤੇ ਲਾਸਟ ਟਾਈਮ ਅਸੀਂ ਮੈਂ ਤੇ ਸਾਕਸ਼ੀ ਅਸੀਂ ਜਨਵਰੀ ਦੇ ਵਿੱਚ ਐਂਡ ਆਫ ਜਨਵਰੀ ਸੌਰਟ ਆਫ ਅਸੀਂ ਦਿੱਲੀ ਚ ਪਹੁੰਚੇ ਤੇ ਅਸੀਂ ਸ਼ਾਪਿੰਗ ਸ਼ੁਰੂ ਕੀਤੀ। ਪਹਿਲੇ ਮੈਨੂੰ ਦੱਸੋ ਕਿ ਕਿਹੜੇ ਮੰਥ ਦਾ ਤੁਸੀਂ ਸ਼ੈਡਿਊਲ ਕੀਤਾ, ਕਦੋਂ ਦਾ ਪਲਾਨ ਸੀਗਾ ਕਿ ਵਿਆਹ ਕਰਨਾ ਹੈ? ਅਸੀਂ ਅਗਸਤ ਦੇ ਵਿੱਚ ਪਲਾਨ ਕੀਤਾ ਤੇ ਵੈਡਿੰਗ ਹੋਣੀ ਸੀ ਅਪ੍ਰੈਲ ਦੇ 2nd ਵੀਕ 11th ਨੂੰ। ਹਾਂਜੀ ਸੋ 2019 ਤੋਂ ਪਲਾਨਿੰਗ ਸ਼ੁਰੂ ਹੋਈ ਸੀ and then April 11th ਨੂੰ ਸ਼ਾਦੀ ਸੀ। and ਉਹ ਤੁਸੀਂ ਇਮੇਜਿਨ ਕਰ ਲਓ ਕਿ ਉਸ ਦੌਰਾਨ ਜੋ ਉਹ ਸਾਰੇ ਹੁਣ ਐਪੀਸੋਡ ਤੁਹਾਨੂੰ ਮੈਂ ਥੋੜੇ ਕਰਕੇ ਦਿਖਾਵਾਂਗਾ। ਸੋ ਸਾਰਿਆਂ ਨੂੰ ਦੱਸ ਦਈਏ ਕਿ ਇਹ ਹੁੰਦੇ ਨੇ ਡੀਸੀ, ਵਾਸ਼ਿੰਗਟਨ ਡੀਸੀ ਐਂਡ ਵਿਆਹ ਸੀਗਾ ਵਰਜੀਨੀਆ। ਹਾਂ ਸਾਡਾ ਮੈਟਰੋਪੋਲੀਟਨ ਏਰੀਆ ਜਿਸ ਤਰ੍ਹਾਂ ਤੁਹਾਡਾ ਆਪਣਾ ਨਿਊ ਜਰਸੀ ਜਾਂ ਉਹ ਸਾਰਾ ਉਸ ਤਰ੍ਹਾਂ ਹੀ ਹੈ ਬਿਕਾਜ਼ ਵੀ ਕਾਲ DMV ਡਿਸਟ੍ਰਿਕਟ ਆਫ ਕੋਲੰਬੀਆ, ਮੈਰੀਲੈਂਡ ਐਂਡ ਵਰਜੀਨੀਆ। So it's not far from each other. Basically ਸਮਝ ਲਓ ਕਿ ਤੁਸੀਂ 5-10-15 ਮਿੰਟ ਦੀ ਡਰਾਈਵ ਹੈ ਇੱਕ ਦੂਜੇ ਆਪਣਾ ਸਟੇਟ ਤੋਂ। ਓਕੇ ਹਾਂਜੀ ਹਾਂ ਠੀਕ ਹੈ। ਸੋ ਹਾਂ ਸੋ ਮੈਂ ਤੇ ਸਾਕਸ਼ੀ ਵੀ been to ਦਿੱਲੀ end of January ਤੇ ਜਿਸ ਵੇਲੇ ਅਸੀਂ ਉੱਥੇ ਪਹੁੰਚੇ ਅਸੀਂ ਸ਼ਾਪਿੰਗ ਸ਼ੁਰੂ ਕੀਤੀ ਤਾਂ ਸਾਨੂੰ ਥੋੜੀ ਭਨਕ ਮਿਲਣੀ ਸ਼ੁਰੂ ਹੋਈ ਕਿ ਸਿਚੁਏਸ਼ਨ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ। ਅੱਛਾ ਆਫ ਕੋਰਸ ਅਸੀਂ ਇੱਥੋਂ ਪੂਰਾ ਤਿਆਰ ਹੋ ਕੇ ਗਏ ਸੀ, ਸਾਨੂੰ ਥੋੜਾ ਜਿਹਾ ਪਤਾ ਸੀ, ਅਸੀਂ ਮਾਸਕ ਪਾਏ ਹੋਏ ਸੀ ਤੇ ਉੱਥੇ ਥੋੜਾ ਜਿਹਾ ਸਾਨੂੰ ਲੋਕ ਅਜੀਬ ਅੱਖਾਂ ਦੇ ਨਾਲ ਦੇਖਦੇ ਸੀ ਕਿ ਕਿਸ ਤਰ੍ਹਾਂ ਦੇ ਮਾਸਕ ਕਿਉਂ ਪਾਈ ਫਿਰਦੇ ਆ ਇਹ ਲੋਕ। ਸੋ ਆਬਵੀਅਸਲੀ ਇੰਡੀਆ ਵਾਸ ਲਿਟਲ ਬਿਟ ਟੇਕ ਇਟ ਈਜ਼ੀ ਪਾਲਿਸੀ, ਪਰ ਅਸੀਂ ਥੋੜਾ ਜਿਹਾ ਇੱਕ ਤਾਂ ਵੈਸੇ ਹੀ ਸਾਡੇ ਇਮਿਊਨ ਸਿਸਟਮ ਥੋੜੇ ਜਿਹੇ ਵੀਕ ਨੇ ਤੇ ਦੂਸਰਾ ਅਸੀਂ ਵੀਵਰ ਕਿ ਅਸੀਂ 10-15 ਦਿਨਾਂ ਲਈ ਆਏ ਹਾਂ ਕਿਤੇ ਬਿਮਾਰ ਨਾ ਹੋ ਜਾਈਏ। ਸੋ ਵੀ ਵਰ ਵੇਅਰਿੰਗ ਮਾਸਕ, ਅਸੀਂ ਮਾਸਕ ਨਹੀਂ ਲਾਏ ਤੇ ਉਹ ਸਾਨੂੰ ਥੋੜਾ ਜਿਹਾ ਉਹ ਵੀ ਅਨਈਜ਼ੀ ਹੋ ਰਿਹਾ ਸੀ ਜਦੋਂ ਸਾਨੂੰ ਦੇਖ ਰਹੇ ਸੀ। ਐਨੀਵੇ ਦੈਟਸ ਬਿਸਾਈਡਸ ਦ ਪੁਆਇੰਟ।
ਉਹ ਜਿਸ ਵੇਲੇ ਅਸੀਂ ਸ਼ਾਪਿੰਗ ਕੀਤੀ ਤਾਂ ਸਾਕਸ਼ੀ ਕੇਮ ਬੈਕ ਐਂਡ ਆਫ ਜਨਵਰੀ ਤੇ ਮੈਨੂੰ ਉੱਥੇ ਥੋੜੀ ਦੇਰ ਰੁਕਣਾ ਸੀ I have to bring it everything back and ship ਕਰਨਾ ਸੀ ਸਾਰਾ ਕੁਝ so I got a call from my son Kunal ਕਿ why don't you hear this White House briefing so when we see the White House briefing ਉਹਦੇ ਵਿੱਚ ਕਿਹਾ ਹੋਇਆ ਸੀ ਕਿ wherever you are come back okay otherwise we will be putting you 14 days ਉਸ ਵੇਲੇ ਸਾਨੂੰ ਇਹ ਨਹੀਂ ਪਤਾ ਸੀ ਕੁਆਰੰਟਾਈਨ ਕੀ ਮਤਲਬ ਹੈ what exactly they are talking right. about no, you're right. of course ਹਾਂ so then they said ke if you are citizen or green card holder we might let you in the country otherwise we might return you back if you are not a citizen or green card holder okay so it was very scary scary ਗੱਲ ਹੋ ਰਹੀ ਹੈ ਜਨਵਰੀ ਐਂਡ ਦੀ ਹਾਂਜੀ ਇਹ ਜਨਵਰੀ ਐਂਡ ਦੀ ਗੱਲ ਹੋਈ ਅੱਛਾ ਹੁਣ ਮੈਨੂੰ ਮੇਰੇ ਕੁਨਾਲ ਵੀ ਕਹਿ ਰਿਹਾ ਕਮ ਬੈਕ ਰਾਈਟ ਅਵੇ ਫੈਮਿਲੀ ਵੀ ਕਹਿ ਰਹੀ ਹੈ ਕਮ ਬੈਕ ਰਾਈਟ ਅਵੇ ਮੇਰੇ ਫਰੈਂਡਸ ਵੀ ਉੱਥੋਂ ਮੈਨੂੰ ਕਹਿ ਰਹੇ ਕਿ ਚੱਲ ਵੀ ਵਾਪਸ ਚੱਲ ਅੱਛਾ it was very difficult ਕਿ ਬਈ ਹੁਣ ਟਿਕਟਸ ਹੋਈ ਹੈ I mean I cannot ਸਾਰੇ ਸ਼ਾਪਿੰਗ ਦੇ ਸਮਾਨ ਕੀਤਾ ਇਕੱਠਾ ਕਰਨਾ so I very first week of February then I started from Delhi to of course to Washington DC so ਲੇਕਿਨ ਉਸ ਦੌਰਾਨ ਨਾ ਤਾਂ ਮੈਨੂੰ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਨੇ ਇੱਕ ਸਵਾਲ ਪੁੱਛਿਆ ਮੈਨੂੰ did you go to China ਅੱਛਾ ਮੈਂ ਕਿਹਾ no we did not go to China that okay go I said what kind of situation is that matlab you are telling me in briefing that this is the very tight situation there is a very problematic situation ਤੇ ਹੁਣ ਤੁਸੀਂ ਸਾਨੂੰ ਸਵਾਲ ਪੁੱਛਿਆ ਮੈਂ ਤਾਂ ਉੱਥੇ ਸੋਚਿਆ ਸੀ ਟੈਸਟ ਕਰਨਗੇ ਸਾਡਾ ਕੁਝ ਹੋਰ ਕਰਨ nothing happened ਪਰ ਉਸ ਦੌਰਾਨ ਇੰਨਾ ਸੀਰੀਅਸ ਨਹੀਂ ਸੀ ਮੈਟਰ ਨਾ I think ਇਸ ਤੋਂ ਗੱਲ ਪਤਾ ਲੱਗਦੀ ਹੈ ਕਿ ਉਸ ਵੇਲੇ ਇਹ ਸਮਝਿਆ ਜਾ ਰਿਹਾ ਸੀ ਕਿ ਜ਼ਿਆਦਾ ਪ੍ਰੋਬਲਮ ਜਿਹੜੀ ਚਾਈਨਾ ਹੈ ਤੇ ਇੱਥੇ ਪਹੁੰਚੇ ਨਾ ਬਸ that's right ਤੇ ਇਹ ਜਦੋਂ ਆਏ by 22nd ਫੈਬਰੀ ਨੂੰ ਸਾਡੀ ਬ੍ਰਾਈਡਲ ਸ਼ਾਵਰ ਸੀ ਪ੍ਰੋਪਰ ਹੋਈ ਹੈ ਕੋਈ ਪ੍ਰੋਬਲਮ ਨਹੀਂ ਰੈਸਟੋਰੈਂਟ ਵਾਲਿਆਂ ਨੇ ਕੋਈ ਆਬਜੈਕਸ਼ਨ ਨਹੀਂ ਦਿੱਤੀ ਸਾਰੇ ਅਸੀਂ ਇਕੱਠੇ ਹੋਏ ਬਹੁਤ ਅੱਛਾ 22 ਤਰੀਕ ਹੋਈ ਤੇ 28 ਫਰਵਰੀ ਨੂੰ ਬਸ ਉਸ ਤੋਂ ਬਾਅਦ ਤਾਂ ਫਿਰ ਇਸ ਤਰ੍ਹਾਂ ਡਾਊਨ ਹੁੰਦਾ ਗਿਆ ਸਭ ਕੁਝ ਪੋਸਟਪੋਨ ਕਰਨਾ ਪਿਆ so then we have to postpone the date and then ਜਿਹੜੇ ਵੀ ਫੰਕਸ਼ਨ ਸੀਗੇ as it is we ਅੱਛਾ ਅਸੀਂ ਬੜੇ ਸੋਚ ਰਹੇ ਸੀ ਕਿ ਇਸ ਤਰ੍ਹਾਂ ਕਰਦੇ ਆ ਕਿ ਅਪ੍ਰੈਲ ਦੇ ਵਿੱਚ ਹੈ ਮਈ ਚ ਕਰ ਲੈਂਦੇ ਆ ਜੂਨ ਤਬ ਸਾਰਾ ਠੀਕ ਹੋ ਜਾਏਗਾ we were very optimistic at that time ਕਿ ਹਾਂ ਕੋਈ ਗੱਲ ਤਾਂ ਹੈ ਨਹੀਂ ਇੰਨੀ ਹੋ ਜਾਏਗਾ ਜੀ ਅਸੀਂ ਬੜੀ ਆਪਣੀ ਸ਼ਾਨ ਦੇ ਨਾਲ ਜੁਲਾਈ ਦੀ ਡੇਟ ਰੱਖਤੀ ਬੜੇ ਟੌਰ ਦੇ ਨਾਲ ਕਿ ਚਲੋ ਕੋਈ ਗੱਲ ਨਹੀਂ ਬਹੁਤ ਇਨਫੈਕਟ 4 ਮਹੀਨੇ ਅੱਗੇ ਹੋ ਗਏ 3 ਮਹੀਨੇ ਜਿਸ ਵੇਲੇ ਅਸੀਂ ਉਸ ਨਜ਼ਦੀਕ ਪਹੁੰਚੇ ਉਹ ਕਹਿੰਦੇ ਜੀ ਡਨ no nothing is going to happen ਉਸ ਵੇਲੇ ਸਿਚੁਏਸ਼ਨ ਇਹ ਸੀਗੀ ਕਿ we were not able to get together 10 to 15 people that time there was only so people allowed close to April air restrictions ਆ ਗਈਆਂ ਸੀ right ਹਾਂਜੀ ਹਾਂ after I would say in March ਦੇ ਵਿੱਚ ਇਹ ਸਿਚੁਏਸ਼ਨ ਸ਼ੁਰੂ ਹੋ ਗਈ ਸੀ ਇੱਥੇ ਲੇਕਿਨ still people were moving around everything was open ਤੇ ਉਹ ਥੋੜਾ ਜਿਹਾ ਸਕੇਰੀ ਸੀ ਕਿ ਸਾਨੂੰ ਅੱਛਾ ਉਹ ਜਿਹੜੇ ਫੰਕਸ਼ਨ ਅਸੀਂ ਰੱਖੇ ਹੋਏ ਸੀ ਉਹ ਹੌਲੀ ਲੋਕਾਂ ਨੇ ਨਾ ਕਰਨੀ ਸ਼ੁਰੂ ਕਰਤੀ ਕਿ ਜੀ ਅਸੀਂ ਨਹੀਂ ਕਰ ਸਕਦੇ ਅਸੀਂ ਨਹੀਂ ਆ ਸਕਦੇ I'm gonna one interrupt ਕਰੂੰਗੀ ਸਭ ਤੋਂ ਫਰਸਟ ਐਕਸਪੀਰੀਅੰਸ ਹੋਇਆ ਸਾਡੇ ਘਰ ਮਾਤਾ ਕੀ ਚੌਕੀ ਦਾ ਜਾਗਰਣ ਸੀ ਅੱਛੀ ਪ੍ਰੋਪਰਲੀ ਸਭ ਕੁਝ ਤਿਆਰ ਸੀ ਜਿਹੜੇ ਬੇਨ ਕਰਨਾ ਸੀ ਜਿਨ੍ਹਾਂ ਨੇ ਉਹਨਾਂ ਨੇ ਬਸ ਇੱਕ ਸਿੰਪਲ ਈਮੇਲ ਭੇਜੀ ਸਾਨੂੰ ਸੌਰੀ ਅਸੀਂ ਨਹੀਂ ਆ ਪਾਵਾਂਗੇ ਤੁਹਾਡਾ ਜਾਗਰਣ ਨਹੀਂ ਕਰ ਪਾਵਾਂਗੇ due to the COVID we are almost over 55 years old I hope Anita ji Raja ji you understand the situation ਸਾਡੀ ਤਾਂ ਟੈਨਸ਼ਨ ਬਿਲਕੁਲ ਅਨੀਤਾ ਜੀ ਆਈ ਥਿੰਕ ਇਹ ਹੁਣ ਵਿਆਹ ਦੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਸੋ ਹੋਲਡ ਔਨ ਯੂਰ ਥਾਟਸ ਹੇਅਰ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੀ ਹਾਂ ਫਿਰ ਸਾਰੇ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਉਹ ਚੇਂਜਸ ਕੀਤੀਆਂ ਔਰ ਕਿੰਨਾ ਯੂ نو ਵਾਟ ਹੈਪਨਡ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਅੱਜ ਖਾਸ ਤੌਰ ਤੇ ਵੈਡਿੰਗਸ ਵਿਆਹ ਕਿੰਨੀ ਕੁ ਦੇਰ ਬੱਚੇ ਵੇਟ ਕਰਨ ਹਰ ਪਲ ਕੀ ਹੋ ਰਿਹਾ ਸ਼ੈਡਿਊਲ ਕੁਝ ਕੀਤਾ ਹੋਇਆ ਸੋ ਜਾਣ ਰਹੇ ਹਾਂ ਅਨੀਤਾ ਐਂਡ ਮਿਸਟਰ ਰਾਜਾ ਭੰਡਾਰੀ ਤੋਂ ਉਹਨਾਂ ਦੇ ਘਰ ਦੀ ਆਪਣੀ ਕਹਾਣੀ ਹਾਂਜੀ ਅਨੀਤਾ ਜੀ ਤੁਸੀਂ ਦੱਸ ਰਹੇ ਸੀ ਕਿ ਮਾਤਾ ਦੀ ਚੌਕੀ ਰੱਖੀ ਹੋਈ ਸੀ ਔਰ ਦਿਸ ਵਾਸ ਅਰਾਊਂਡ ਵੈਨ ਕਦੋਂ ਮਾਰਚ ਇਹ ਫਰਵਰੀ 22 ਨੂੰ ਬ੍ਰਾਈਡਲ ਸ਼ਾਵਰ ਸੀ ਮਾਰਚ 28 ਦੀ ਗੱਲ ਹੈ ਬਿਲਕੁਲ ਮਾਰਚ ਦੇ ਮਿਡਲ ਚ ਐਕਚੁਅਲੀ ਅਸੀਂ ਵੀ ਸ਼ੋਅ ਬੰਦ ਕੀਤਾ ਔਰ ਮਿਡਲ ਤੱਕ ਮੇਰੇ ਖਿਆਲ ਮੈਂ ਵੀ 19 ਤੱਕ ਤਾਂ ਮੈਂ ਕਰ ਰਹੀ ਸੀ ਸ਼ੋਅ ਐਂਡ ਉਸ ਤੋਂ ਬਾਅਦ ਬਿਲਕੁਲ ਬੰਦ ਹੋ ਰਿਹਾ ਸੀ
ਮਾਰਚ 14th ਐਂਡ 15th ਨੂੰ ਮੇਰੇ son-in-law ਮੋਹਿਤ ਠਾਕੁਰ ਦੇ ਘਰ ਫੰਕਸ਼ਨ ਸੀ ਕਿ 2-3 ਉਹਨਾਂ ਨੇ ਰੱਖੇ ਹੋਏ ਸੀਗੇ ਤੇ ਇੱਕਦਮ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਹੈਂਡਲ ਕਰੀਏ। ਸਾਡਾ ਜਾਗਰਣ ਕੈਂਸਲ ਹੋਇਆ, ਫਿਰ ਉਸ ਤਰ੍ਹਾਂ 14-15 ਵਾਲਾ ਫੰਕਸ਼ਨ, ਫਿਰ 28 ਵਾਲਾ ਹੋਇਆ। ਪਰ ਅਸੀਂ ਜਾਗਰਣ ਜਿਹੜਾ ਸੀ ਅਸੀਂ ਚਾਰਾਂ ਲੋਕਾਂ ਨੇ, ਅਸੀਂ ਫੈਮਿਲੀ ਨੇ ਬੈਠ ਕੇ ਕੈਂਸਲ ਨਹੀਂ ਕੀਤਾ ਉਸ ਨੂੰ, ਅਸੀਂ ਪੂਰੀ ਬਕਾਇਦਾ ਉਸ ਤਰ੍ਹਾਂ ਪੂਜਾ ਕੀਤੀ, ਉਸ ਤਰ੍ਹਾਂ ਹੀ ਮੰਦਿਰ ਸਜਾਇਆ, ਉਸ ਤਰ੍ਹਾਂ ਹੀ ਪਰਮਾਤਮਾ ਕੋਲੋਂ ਆਗਿਆ ਲਿੱਤੀ ਕਿ ਅਸੀਂ ਆਪਣਾ ਕਰ ਚਾਹੇ। ਅੱਛਾ, ਉਹ ਸਾਡਾ ਪਹਿਲਾ ਐਕਸਪੀਰੀਅੰਸ ਸੀ ਕਿ ਸ਼ਾਇਦ ਸਾਨੂੰ ਹੁਣ ਐਸੇ ਇਸ ਤਰ੍ਹਾਂ ਹੀ ਛੋਟੇ ਛੋਟੇ ਫੰਕਸ਼ਨ ਕਰਨੇ ਪੈਣਗੇ। ਸੋ ਦੈਟ ਅੱਛਾ, ਹੁਣ ਕੋਈ ਘਰ ਸਜਾਉਣ ਲਈ ਕੋਈ ਨਹੀਂ ਆ ਰਿਹਾ ਸੀ, ਅਸੀਂ ਆਪਣੇ ਆਪ ਸਜਾਇਆ, ਆਪਣੇ ਆਪ ਮੰਦਿਰ ਬਣਾਇਆ, ਆਪਣੇ ਆਪ ਪੂਜਾ ਕੀਤੀ। ਕਦੇ ਜ਼ਿੰਦਗੀ 'ਚ ਨਹੀਂ ਇਸ ਤਰ੍ਹਾਂ ਕੀਤੀ ਸੀ, ਟੇਪ ਲਗਾ ਕੇ ਬੈਠ ਗਏ। ਸੋ ਮਤਲਬ ਇਟ ਵਾਸ ਅ ਵੈਰੀ ਯੂਨੀਕ ਐਕਸਪੀਰੀਅੰਸ। ਬਟ ਅਸੀਂ ਆਸ਼ੀਰਵਾਦ ਲਿੱਤਾ ਮਾਤਾ ਦਾ। ਅੱਛਾ, ਜੋ ਆਸ਼ੀਰਵਾਦ ਲੈਣ ਤੋਂ ਬਾਅਦ ਫਿਰ ਉਦੋਂ ਬਾਅਦ ਹੁਣ ਬਾਈ ਦੈਟ ਟਾਈਮ ਅਸੀਂ ਸ਼ਾਦੀ ਜਿਹੜੀ ਸੀਗੀ ਉਹ ਪੋਸਟਪੋਨ ਕਰ ਦਿੱਤੀ, ਬਿਕੋਜ਼ ਸਾਰੇ ਜਿੰਨੇ ਵੀ ਜਿਨ੍ਹਾਂ ਨੂੰ ਵੀ ਇਨਵੀਟੇਸ਼ਨ ਭੇਜਿਆ ਸੀ ਸਾਰਿਆਂ ਦੀ ਯੈਸ ਆ ਗਈ ਸੀ। ਅੱਛਾ, ਹਾਂ, we were saying that even one person did not say no, but ਹੁਣ ਕੀ ਹੋਇਆ ਕਿ ਅਸੀਂ ਉਸ ਨੂੰ ਆਪਣਾ ਪੋਸਟਪੋਨ ਕੀਤਾ। ਜਿਸ ਵੇਲੇ ਅਸੀਂ ਪੋਸਟਪੋਨ ਕੀਤਾ, ਨਹੀਂ ਨਵੀਂ ਡੇਟ ਲਿੱਤੀ, ਤਾਂ ਕਿਸੇ ਦਾ ਰਿਸਪੌਂਸ ਨਹੀਂ ਆ ਰਿਹਾ ਸੀ। ਅਸੀਂ ਨਹੀਂ ਆਣਾ। ਹੁਣ ਕਦੋਂ ਦੀ ਡੇਟ ਰੱਖੀ? ਲਾਈਕ ਕਿੰਨੀ ਦੇਰ? ਜੁਲਾਈ 25th। ਹਾਂਜੀ, 25th of ਜੁਲਾਈ ਰੱਖੀ। ਇਹ ਜਿਹੜਾ ਪੀਰੀਅਡ ਡਿਸਾਈਡਿੰਗ ਕਿ ਇਹ ਪੋਸਟਪੋਨ ਕਰਦੇ ਆ, ਘਰ 'ਚ ਚਾਰ ਬੰਦਿਆਂ 'ਚ ਕੀ ਚੱਲ ਰਿਹਾ ਸੀ ਕਿ ਸਾਰੇ ਇੱਕੋ ਪੇਜ ਤੇ ਸੀ ਕਿ ਇੱਕ ਬੱਚਾ ਜਾਂ ਤੇ ਨਾ ਕੁੜੀ ਜਿਹੜੀ ਹੈ ਸਾਕਸ਼ੀ ਉਹ ਕਹਿੰਦੀ ਹੈ ਕਿ ਨਹੀਂ ਵੇਟ ਕਰ ਲੈਂਦੇ ਆ, ਵੱਡਾ ਕਰਾਂਗੇ, ਔਰ ਯੂ ਗਾਇਜ਼ ਵਰ ਵਾਟ ਵਾਸ ਗੋਇੰਗ ਔਨ? देयर वाज लॉट ऑफ फियर, ਬਹੁਤ ਜ਼ਿਆਦਾ ਫੀਅਰ ਸੀਗਾ। ਔਰ ਪਹਿਲਾਂ ਤਾਂ ਬੱਚਿਆਂ ਨੂੰ ਐਕਸਾਈਟਮੈਂਟ ਸੀ ਕਿ ਹਰ ਫੰਕਸ਼ਨ ਰੱਖਿਆ ਹੋਇਆ ਸੀ, ਇੰਨੀ ਸ਼ਾਪਿੰਗ, ਇੰਨੇ ਕੱਪੜੇ। ਮੋਹਿਤ ਦੇ ਪੇਰੈਂਟਸ ਨੂੰ ਆਪਣਾ, ਉਹਨਾਂ ਦਾ 3rd ਚਾਈਲਡ ਹੈ, ਲਾਸਟ ਮੈਰਿਜ ਸੀ, ਉਹਨਾਂ ਦੀ ਫੈਮਿਲੀ ਬਹੁਤ ਵੱਡੀ ਹੈ ਤੇ ਉਹਨਾਂ ਲਈ ਤਾਂ ਬਹੁਤ ਵੱਡੀ ਐਕਸਾਈਟਮੈਂਟ ਸੀ ਫੈਮਿਲੀ ਵਿੱਚ। ਲੇਕਿਨ ਮਾਲਕ ਨੂੰ ਇਹ ਮਨਜ਼ੂਰ ਸੀ ਕਿ ਛੋਟਾ ਹੋਏ। ਫਿਰ ਅਸੀਂ ਛੋਟਾ ਜਿਹਾ ਫੰਕਸ਼ਨ ਮੋਹਿਤ ਦੇ ਪੇਰੈਂਟ, ਮੰਮੀ, ਡੈਡੀ, ਬ੍ਰਦਰ ਐਂਡ ਸਿਸਟਰ, ਕੱਲ ਕੇ 10-12 ਆਪਣੇ ਸਾਰੇ ਉਹਨਾਂ ਨੇ ਫੰਕਸ਼ਨ ਉਹਦੇ ਕੀਤੇ। ਸੋ ਅਸੀਂ ਆਬਵੀਅਸਲੀ ਬੱਚੇ ਜਿਹੜੇ ਸੀ ਥੋੜੇ ਜਿਹੇ ਨਿਰਾਸ਼ ਤਾਂ ਜ਼ਰੂਰ ਸੀਗੇ। ਆਈ ਮੀਨ ਦੇ ਵਰ ਨਾਟ ਹੈਪੀ। ਉਹਨਾਂ ਦੀ ਉਹ ਜਿਹੜੀ ਵੀ ਗੱਲ ਕਹਿਣਾ ਉਹਦੇ ਵਿੱਚ ਕਹਿਣਾ ਕਿ ਹੁਣ ਸਾਨੂੰ ਯਾਦ ਕੋਵਿਡ ਸ਼ਾਦੀ, ਮਾਸਕ ਨਹੀਂ ਪਾਣੇ ਅਸੀਂ। ਹਾਂ, ਮਤਲਬ ਉਹ ਸਾਡੇ ਨਾਲ ਜੁੜ ਜਾਏਗਾ ਕਿ ਸ਼ਾਦੀ ਜਿਹੜੀ ਕੋਵਿਡ 'ਚ ਹੋਈ ਸੀ ਔਰ ਅਸੀਂ ਆਪਣੇ ਮਾਸਕ ਪਾਏ ਹੋਏ ਸੀ, ਸਾਡੀਆਂ ਪਿਕਚਰਾਂ ਕਿਵੇਂ ਆਉਣਗੀਆਂ। ਸੋ ਇਟ ਵਾਸ ਵੈਰੀ ਡਿਫਿਕਲਟ ਟੂ ਕਨਵਿੰਸ them ਕਿ ਦੇਖੋ ਇਸ ਤਰ੍ਹਾਂ ਹੈ ਕਿ ਕਿੰਨੀ ਦੇਰ ਤੱਕ ਆਪਾਂ ਹੋਲਡ ਕਰਦੇ ਰਵਾਂਗੇ। one day we have to get it done. So somehow we were able to convince ਦੋਨੋਂ ਬੱਚਿਆਂ ਨੂੰ, ਕਿਉਂਕਿ ਅਸੀਂ ਪੇਰੈਂਟਸ ਤਾਂ ਰੈਡੀ ਸੀ ਕਿ ਚਲੋ ਜਿਹੜੀ ਵੀ ਜਿਸ ਤਰ੍ਹਾਂ ਵੀ ਹੋਏਗਾ ਅਸੀਂ ਕਰ ਦਾਂਗੇ। ਤੁਹਾਨੂੰ ਪਤਾ ਹੈ ਕਿ ਸ਼ਾਦੀਆਂ ਜਿਹੜੀਆਂ ਹੋਈਆਂ ਉਹ 5-5 ਬੰਦਿਆਂ 'ਚ ਹੋਈਆਂ ਜੀ, ਮਤਲਬ ਸਿਰਫ ਜਿਹੜੇ ਪ੍ਰੀਸਟ ਸੀਗੇ ਉਹ ਸੀਗੇ ਜਾਂ ਬੱਚੇ ਸੀ। ਇਵਨ ਪੇਰੈਂਟਸ ਕਈਆਂ 'ਚ ਨਹੀਂ ਜਾ ਪਾਏ। That's the apna story. This is what was going on that time. I have viewers who were मतलब Zoom ਤੇ parents ਵੀ, grandparents ਵੀ, ਔਰ beach ਤੇ ਕੁੜੀ ਮੁੰਡਾ ਨੇ 3 ਬੰਦਿਆਂ ਨਾਲ ਜਾ ਕੇ ਵਿਆਹ ਕਰਾਇਆ ਹੈ। So you know all that was happening. We were lucky enough, ਅਸੀਂ ਕੋਈ ਫੰਕਸ਼ਨ ਨਹੀਂ ਛੱਡਿਆ, ਕੋਈ ਵੀ ਫੰਕਸ਼ਨ ਜਿਹੜਾ ਸੀਗਾ, ਲੇਕਿਨ ਕੀਤਾ ਸੀ ਆਪਸ 'ਚ ਜਿੰਨਾ ਵੀ ਸੀ। ਘਰ ਦੀ ਡੈਕੋਰੇਸ਼ਨ ਵੀ ਕੋਈ ਨਹੀਂ ਆਏ। ਅੱਛਾ, ਡੈਕੋਰੇਸ਼ਨ ਵੀ ਅਸੀਂ ਆਪ ਹੀ ਕਿਤੋਂ ਇੱਧਰ ਉੱਧਰ ਅਰੇਂਜ ਕਰਕੇ ਆਪਣੇ ਆਪ ਅਸੀਂ ਕਰਦੇ ਸੀ। ਇੱਕ ਦਿਨ ਦੀ ਡੈਕੋਰੇਸ਼ਨ ਉਹਨੂੰ ਲਾ ਕੇ ਫਿਰ ਦੂਸਰੇ ਦੀ ਕਰਦੇ ਸੀ, ਫਿਰ ਨਾਲ ਹੀ ਆਪ ਹੀ ਤਿਆਰ ਹੁੰਦੇ ਸੀ। ਮਤਲਬ ਅਸੀਂ ਆਪ ਹੀ ਕੰਮ ਕਰਨ ਵਾਲੇ ਸੀ, ਆਪ ਹੀ ਬੈਠਣ ਵਾਲੇ ਸੀ। ਸੋ ਫਾਈਨਲੀ ਬੱਚੇ ਮਾਸਕ ਪਾਉਣ ਨੂੰ ਮੈਨੂੰ ਲੱਗਦਾ ਹੈ ਕਿ ਬਿਕੋਜ਼ ਆਈ ਸੌ ਦ ਪਿਕਚਰਸ, ਬੜੀ ਰਿਸਪੌਂਸਿਬਲੀ ਤੁਸੀਂ ਕੀਤਾ ਹੈ। ਸੋ ਮਾਸਕ ਪਾਉਣ ਨੂੰ ਤਿਆਰ ਹੋ ਗਏ, ਜਿਵੇਂ ਤੁਸੀਂ ਹਰ ਜਗ੍ਹਾ ਸੈਨੀਟਾਈਜ਼ਰਸ ਐਂਡ ਐਵਰੀਥਿੰਗ ਤੁਸੀਂ ਰੱਖਿਆ ਹੋਇਆ ਸੀ। ਸੋ ਜਿਹੜਾ ਇੰਟਰਸਟਿੰਗ ਪਾਰਟ ਸੀ ਨਾ ਜਿਹੜਾ, ਉਹ ਸੀਗਾ ਮਹਿੰਦੀ। ਅੱਛਾ, ਬੱਚੇ ਜਿਹੜੇ ਸੀਗੇ ਉਹ ਸਾਕਸ਼ੀ ਦੇ ਫਰੈਂਡ ਸੀਗੇ, 15 ਤੋਂ 20 ਲੜਕੀਆਂ ਜਿਹੜੀਆਂ ਸੀ, ਦੇ ਕੇਮ ਐਂਡ ਅਸੀਂ ਆਪਣੇ ਬੈਕਯਾਰਡ ਦੇ ਵਿੱਚ ਸਾਰਾ ਕੁਰਸੀਆਂ ਵਗੈਰਾ ਲਗਾਈਆਂ ਸੀ, ਉਹਨਾਂ ਦੀਆਂ ਡਿਸਟੈਂਸ ਰੱਖਿਆ ਸੀ the way they wanted, ਐਂਡ ਉਹ ਪੂਰੀ ਤਰ੍ਹਾਂ ਮਹਿੰਦੀ ਹੋਈ। ਮਤਲਬ ਸ਼ੁਕਰ ਹੈ ਕਿ ਮਹਿੰਦੀ ਵਾਲੀ 2 ਜਿਹੜੀਆਂ 3 ਉਹ ਆ ਗਈਆਂ, ਉਹਨਾਂ ਨੇ ਹਾਂ ਕਰਤੀ। ਉਹ ਵੀ ਦੇਖ ਕੇ ਗਏ ਕਿ ਕਿਸ ਤਰ੍ਹਾਂ ਕਿੱਥੇ ਬੈਠਾਂਗੇ। ਇੱਕ ਕੋਰਨਰ 'ਚ ਬੈਠੀ, ਦੂਸਰੇ ਕੋਰਨਰ 'ਚ ਲੜਕੀਆਂ ਇੱਕ ਜਾ ਕੇ ਫਾਈਨਲੀ ਤੁਹਾਡਾ ਵਿਆਹ ਜਿਹੜਾ ਹੈ ਉਹ ਘਰ 'ਚ ਹੋ ਰਿਹਾ ਹੈ ਔਰ ਬੈਕਯਾਰਡ 'ਚ ਹੋ ਰਿਹਾ ਹੈ? ਨਹੀਂ, ਹਾਂ, ਬੈਕਯਾਰਡ 'ਚ ਮਹਿੰਦੀ ਹੋਈ। ਨੈਕਸਟ ਡੇ ਫਿਰ ਇਹਦੀ ਆਪਣਾ ਜਿਹੜੀ
ਜਦੋਂ ਕਲੀਚੜੇ ਨਹੀਂ ਚੂੜਾ ceremony ਚੂੜਾ ਸੀ Friday ceremony, ਨੂੰ, ਹਾਂ। right, ਉਹ ਵੀ ਹੋਇਆ, ਲੇਕਿਨ ਉਹ ਸਾਰਾ now we are talking about ਮੋਹਿਤ ਦੀ ਫੈਮਿਲੀ, ਸਾਡੀ ਫੈਮਿਲੀ ਤੇ ਆਪਣਾ ਸਾਡੇ ਦੋ ਪੜੋਸੀ। That's what it is. But I think Sakshi was worried कि वो mask ना पाए, पर Sakshi with a mask bride बड़ी सोहनी लग रही है। हाँ जी, Unique bride लग रही है, look at her. You can see it, yeah. उन And so convince are her करवाया। bridesmaids actually. You know, नहीं, luckily ਤੁਸੀਂ bridesmaids ਦੇ ਕੱਪੜੇ ਔਰ ਸਾਕਸ਼ੀ ਦੇ ਕੱਪੜੇ ਪਹਿਲੇ ਬਣਾ ਚੁੱਕੇ ਸੀ, ਸੋ ਉਹ ਹੋ ਚੁੱਕਾ ਸੀ ਇਹ bridesmaids ਦਾ। ਦੇਖੋ ਇੱਕ ਹੋਰ ਚੀਜ਼ ਹੋਈ, ਸਾਰੀ ਸ਼ਿਪਮੈਂਟ ਤਾਂ ਆ ਗਈ ਉਸ ਵੇਲੇ, ਮਾਰਚ ਤੱਕ ਸਾਰੀ ਸ਼ਿਪਮੈਂਟ ਆ ਗਈ। Okay. ਹੁਣ ਉਹਨਾਂ ਨੇ ਸਾਨੂੰ ਕੁਐਸਚਨ ਕਰਤਾ ਕਿ we need 100 ਮਾਸਕ। ਹਾਂ, that was an interesting So part. ਮੈਨੂੰ ਇੰਡੀਆ ਕਾਲ ਕਰਨਾ ਪਿਆ, ਇੱਥੇ ਅਸੀਂ ਲੱਭੇ, ਸਾਨੂੰ ਇੰਨੇ ਮਾਸਕ ਨਾ ਮਿਲਣ, ਸੋ ਅਸੀਂ ਸਪੈਸ਼ਲੀ ਮਾਸਕ ਬਣਵਾਏ ਇੰਡੀਆ ਤੋਂ। ਉਹ ਮਾਸਕ ਜਿਸ ਤਰ੍ਹਾਂ ਅਸੀਂ ਕਾਰਡ ਤੇ ਟਾਈਮ ਸਪੈਂਡ ਕੀਤਾ ਨਾ, ਕਿ ਕਾਰਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿਵੇਂ, ਹੁਣ ਮਾਸਕ ਲੱਗਿਆ ਕਿ ਆਹ ਕਲਰ ਨਹੀਂ, ਆਹ ਹੋਣਾ ਚਾਹੀਦਾ, ਸਾਕਸ਼ੀ ਸੇ ਕਿ ਮੈਨੂੰ ਆਹ ਕਲਰ ਚਾਹੀਦਾ, ਸੋ ਵੀ ਹੈਡ ਅ ਡਿਫਰੈਂਟ ਕਲਰਸ ਆਫ ਮਾਸਕ। ਉਹਦੀ ਸ਼ਿਪਮੈਂਟ, ਉਹ ਬੜੀ ਮੁਸ਼ਕਲ ਦੇ ਨਾਲ ਉਹ ਸ਼ਿਪਮੈਂਟ ਆਈ। ਸੋ ਵੀ ਜਿਸ ਤਰ੍ਹਾਂ ਤੁਸੀਂ ਵੈਡਿੰਗ ਦੇ ਟੇਬਲ ਦੇ ਉੱਤੇ ਸਕੇਜੂਲ ਰੱਖਦੇ ਹੋ ਨਾ, ਅਸੀਂ ਉਹਦੇ ਚ ਮਾਸਕ ਤੇ ਸੈਨੀਟਾਈਜ਼ਰ ਦੀ ਸ਼ੀਸ਼ੀ ਰੱਖੀ। ਅੱਛਾ, ਹਾਂ, ਹਰ ਇੱਕ ਹਾਂ। ਸੋ ਜਿਹੜਾ ਵੀ ਟੇਬਲ ਤੇ ਬੈਠੇਗਾ ਉਹ ਪਹਿਲਾਂ ਮਾਸਕ ਚੱਕ ਸਕਦਾ, ਨਾਲ ਹੀ ਉਹਦੇ ਸੈਨੀਟਾਈਜ਼ਰ ਰੱਖਿਆ ਹੋਇਆ। ਜੀ ਜੀ ਹਾਂ, that was the condition of the hotel, right. so at that time ਮੇਰੇ ਖਿਆਲ we have from the weddings, ਉਹ ਦਿਖਾ ਦੇਣਗੇ ਲੋਕ। ਥੋੜੇ ਜਿਹੇ ਬੰਦੇ, ਤੁਸੀਂ ਕਿੰਨੇ ਬੰਦੇ ਫਿਰ ਬਰਾਤੀ ਆਏ? ਇਹ ਹੈ ਤਾਂ ਬਹੁਤ ਥੋੜੇ ਆ, ਲੇਕਿਨ ਸਾਡਾ ਕੈਮਰਾਮੈਨ ਅੱਛਾ ਸੀ। So we made it so you can see it। ਉਹਨਾਂ ਜਿਹੜੇ ਇਹ ਸਾਰੀ ਉਹਨਾਂ ਦੀ ਫੈਮਿਲੀ ਹੈ, ਸਾਰੇ ਕਜ਼ਨ ਮੋਹਿਤ ਦੇ ਸਾਰੇ ਕਜ਼ਨ। ਅੱਛਾ, ਹੁਣ ਇੱਕ ਹੋਰ ਚੀਜ਼ ਸੀ, ਮੋਹਿਤ ਦੇ ਮਾਸੀ ਜਿਹੜੇ ਸੀ, ਮਾਸਟਰ ਸੀਗੇ, ਉਹਨਾਂ ਨੂੰ ਅਲਾਉਡ ਨਹੀਂ ਸੀ। ਅਲਾਉਡ ਇਨ ਦਾ ਸੈਂਸ ਕਿ ਜਿਹੜੇ ਜ਼ਿਆਦਾ ਏਜ ਸੀਗੇ ਉਹਨਾਂ ਨੂੰ ਥੋੜਾ ਜਿਹਾ ਸੀ ਪ੍ਰੀਕਾਸ਼ਨ। ਇਹ ਸਾਰੇ ਉਹਨਾਂ ਦੇ ਕਜ਼ਨ ਆਏ ਜਿਹੜੇ ਯੰਗ, ਰਾਈਟ, ਔਰ ਸਾਰੇ ਜਿਹੜੇ ਸੀ, ਤੁਸੀਂ ਯੂ ਕੈਨ ਸੀ ਇਟ, ਮਤਲਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਨੱਚਣ ਵਾਲੀ, ਐਂਡ ਕੋਈ ਕਸਰ ਨਹੀਂ ਛੱਡੀ ਜਿਹੜੇ ਅਸੀਂ ਪੰਜਾਬੀ ਕਰਦੇ ਆ, ਤੁਹਾਨੂੰ ਪਤਾ ਹੀ ਹੈ, ਮੈਂ ਕਹਿਣਾ ਨਹੀਂ ਚਾਹੁੰਦਾ। ਸੋ they were ਪੂਰੇ, ਮਤਲਬ ਉਹ ਜਿਹੜਾ ਹੋਟਲ ਸੀ, they were saying that ਕਿ ਇਹ ਤੁਸੀਂ, ਅਸੀਂ ਕਿ ਤੁਸੀਂ 50 ਬੰਦੇ ਸਾਨੂੰ ਕਹੇ ਸੀ, 50 ਹੀ ਬੰਦੇ ਗਿਣ ਲਓ, ਪਰ ਲੱਗ ਰਿਹਾ ਸੀ ਕਿ ਬਹੁਤ ਰੌਣਕ ਹੈ। ਪਰ ਉਹ ਕਹਿੰਦੇ ਕਿ ਤੇ ਲੱਗ ਰਿਹਾ ਕਿ ਜਿਵੇਂ ਬਹੁਤ, ਹਾਂ, but this is how basically Punjabis are। Rather, Anita was telling me कि 48 बंदे होने हैं, but like you know full करता है, पंजाब को नहीं होने देते, नहीं। Yeah, exactly. Ready. This is all, I mean I understand कितना कुछ changes करने पे, पर hindsight च देखो ਤੇ ਅਨੀਤਾ ਤੁਹਾਨੂੰ ਕੀ ਲੱਗਦਾ ਹੈ ਜਿਹੜੀਆਂ ਚੀਜ਼ਾਂ ਤੁਸੀਂ ਇਕੱਠੀਆਂ ਕੀਤੀਆਂ ਸੀ, ਸਮਝ ਲਓ 200-300 ਦੀ ਬਰਾਤ ਔਰ 200-300 ਸਾਰਾ ਇਕੱਠੇ ਮਿਲਾ ਕੇ ਬੰਦਿਆਂ ਨੇ ਹੋਣਾ ਸੀ, ਉਹ ਤੁਸੀਂ 50 ਬੰਦਿਆਂ ਨਾਲ ਕਰ ਰਹੇ ਹੋ, ਜੋ ਸ਼ਿਪਮੈਂਟਸ ਆ ਚੁੱਕੀਆਂ ਸੀ ਲੱਕੀਲੀ ਤੁਹਾਡੀਆਂ ਤਾਂ, ਪਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਕੀ ਕੀਤਾ ਫਿਰ ਉਹਨਾਂ ਦਾ? ਪਈਆਂ ਹਲੇ ਵੇਟ ਕਰ ਰਹੇ ਆ, ਫਿਰ ਥੋੜੇ ਜਿਹੜੀਆਂ ਚੀਜ਼ਾਂ ਉਹਦੇ ਰੱਖੇ ਹੋਏ ਬਕਸੇ, ਹੁਣ ਪਤਾ ਨਹੀਂ ਕੀ ਬਣੂਗਾ ਉਹਦਾ। ਮੈਂ ਵੇਟ ਕਰ ਰਹੀ ਹਾਂ, ਮੇਰੇ ਬੇਟੇ ਦੀ ਸ਼ਾਦੀ ਹੋ ਜਾਏਗੀ, ਮੈਂ ਵੀ ਉਹਦੇ ਯੂਜ਼ ਕਰ ਲੂੰਗੀ ਮੈਂ। ਸੋ ਅੱਜਕੱਲ ਵੈਸੇ ਵੀ ਕਿੰਨਾ ਯੂ نو ਹੁੰਦਾ ਹੈ ਕਿ ਜਿਹੜੀਆਂ ਐਕਸੈਸਰੀਜ਼ ਹੈ ਉਹਦਾ ਇੰਨਾ ਜ਼ੋਰ ਹੁੰਦਾ ਹੈ ਕਿ ਕੋਈ ਸਮਥਿੰਗ ਵੱਖਰੀਆਂ ਜਿਸ ਤਰ੍ਹਾਂ ਸੰਗੀਤ ਸੀਗਾ, ਸੰਗੀਤ ਲਈ ਸਾਰੇ ਫੁਲਕਾਰੀ ਦੇ ਦੁਪੱਟੇ, ਬਿੰਦੀਆਂ, ਬੈਂਗਲਸ, ਉਹ ਮੇਰੀ ਛੋਟੀ ਚੀਜ਼ਾਂ ਰੱਖੀਆਂ ਹੋਈਆਂ ਸੀਗੀਆਂ, ਕੁਛ ਨਹੀਂ। ਹੁਣ ਸਾਨੂੰ ਜਿਹੜਾ ਵੀ ਕੋਈ ਮਿਲਦਾ ਅਸੀਂ ਦੇ ਦਿੰਨੇ ਉਹਨੂੰ। I can see that कि ये जड़ी color coordination है और इन्ने अच्छे तोड़े you know bridal कपड़े और bride उन्हां दी bridesmaids वगैरह दे भी हैं, वो थोड़ा lucky रहे कि वो shopping हो चुकी सी। And खास तौर पे not only that, I would say Sakshi still lucky कि वो अपनी bachelor party भी दोनों बच्चों ने enjoy की थी, they went out of the country and she has अपना bridal shower भी ਉਹਦਾ ਹੋ ਚੁੱਕਿਆ ਸੀ, and then of course ਦੋ ਫੰਕਸ਼ਨ ਜਿਹੜੇ ਮੇਨ ਸੀਗੇ ਸੰਗੀਤ ਤੇ ਰਿਸੈਪਸ਼ਨ ਅਸੀਂ ਨਹੀਂ ਕਰ ਪਾਏ because ਉਹਦੇ ਲਈ। ਹਾਂ, the question goes to both of you separately, ਤੁਸੀਂ ਆਨਸਰ ਕਰ ਸਕਦੇ ਹੋ ਕਿ do you think ਇਹ ਨਵਾਂ ਨੋਰਮ ਹੋਏਗਾ, ਛੋਟੀ ਵੈਡਿੰਗਸ, ਛੋਟੇ ਫੰਕਸ਼ਨਸ, ਥੋੜੇ ਬੰਦਿਆਂ ਨਾਲ, ਆਪਣੇ ਕਲੋਜ਼ ਬੰਦਿਆਂ ਨਾਲ, ਕੀ ਇਹ ਜਦੋਂ ਓਪਨ ਅਪ ਵੀ ਹੋ ਜਾਏਗਾ ਤੇ ਨੋਰਮ ਹੋ ਜਾਏਗਾ, ਨਾਰਮਲ ਇਹੀ ਚੀਜ਼ ਹੋ ਜਾਏਗੀ, ਜਾਂ ਇਟ ਵਿਲ ਗੋ ਬੈਕ ਟੂ ਦ ਬਿਗ ਵੈਡਿੰਗਸ? ਮੈਂ ਆਨਸਰ ਕਰਾਂਗੀ ਪਹਿਲਾਂ। ਰਾਈਟ ਐਟ ਦ ਮੋਮੈਂਟ 2021 ਵਿੱਚ ਤਾਂ ਲੋਕ ਬਹੁਤ ਖੁਸ਼ ਨੇ
ਕਿ ਛੋਟੀ ਵੈਡਿੰਗਸ ਹੋ ਰਹੀਆਂ ਨੇ, ਠੀਕ ਹੈ, ਲੇਕਿਨ ਮੈਨੂੰ ਨਹੀਂ ਲੱਗਦਾ ਕਿ 20 ਜਦੋਂ 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 ਹਾਲਾਤ ਠੀਕ ਹੁੰਦੇ ਜਾਣਗੇ ਸਾਰੇ ਵਾਪਸ ਆਣਗੇ ਇਸ ਚੀਜ਼ ਤੇ। ਅਸੀਂ ਚੰਗੇ ਜ਼ਰੂਰ ਹਾਂ ਲੇਕਿਨ ਇੰਨੇ ਵੀ ਚੰਗੇ ਨਹੀਂ ਤੇ ਅਸੀਂ ਆਪਣੀ ਬੜੀ ਵੇਟ ਸਪੈਸ਼ਲੀ ਦੇਖੋ ਪੰਜਾਬੀ ਜਿਹੜਾ ਨਾ ਉਹ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਅਸੀਂ ਜਿੱਥੇ ਮਰਜ਼ੀ ਆ ਜਾਏ, ਲੇਕਿਨ ਅਸੀਂ ਆਪਣਾ ਕੰਮ ਕਰਨਾ ਨਹੀਂ ਛੱਡਦੇ। ਵੱਡੀਆਂ ਵੱਡੀਆਂ ਪਾਰਟੀਆਂ ਹੋਣਗੀਆਂ, ਇਹ ਤਾਂ ਤੁਸੀਂ ਮੈਟਰ ਆਫ ਟਾਈਮ ਹੈ। ਅਸੀਂ ਹੁਣੇ ਦੇਖ ਲਓ, ਤੁਸੀਂ ਹੁਣੇ ਹੀ ਲੋਕੀ ਨਹੀਂ ਬਾਜ਼ ਆ ਰਹੇ, ਆਪਣਾ 50 ਕਹਿੰਦੇ ਉੱਥੇ 100 ਹੁੰਦਾ ਬੰਦਾ, ਲੇਕਿਨ it is that is of course I was making a fun of that, but seriously I would say ਅਗਰ ਤੁਸੀਂ ਸੋਚ ਕੇ ਦੇਖੋ ਕਿੰਨਿਆਂ ਦੀ ਰੋਜ਼ੀ ਰੋਟੀ ਇਨਵੋਲਵ ਹੈ, ਨਹੀਂ ਸੋਚ ਕੇ ਦੇਖੋ ਤਾਂ ਸ਼ਾਦੀ ਜਿਹੜੀ ਹੈ ਨਾ ਉਹ ਸ਼ਾਦੀ ਹੁੰਦੀ ਇਸ ਤਰ੍ਹਾਂ ਹੀ ਸੀ ਪਹਿਲਾਂ, ਘਰ ਵਾਲੇ ਹੀ ਸੀ। ਜੇ ਤੁਸੀਂ ਗੌਰ ਨਾਲ ਦੇਖੋ ਜਿਸਲੇ ਨੰਦ ਕਾਰਜ ਪੜ੍ਹਦੇ ਸੀ ਜਾਂ ਆਪਣਾ ਫੇਰੇ ਹੁੰਦੇ ਸੀ, ਮਤਲਬ ਸਾਡੇ ਜਿਹੜੇ ਫੇਰੇ ਹੁੰਦੇ ਸੀ ਉਹ ਰਾਤ ਨੂੰ ਸਵੇਰ 3 ਵਜੇ ਅੰਮ੍ਰਿਤ ਵੇਲੇ ਕਰਦੇ ਸੀ। ਉਸ ਵੇਲੇ ਕੌਣ ਰਹਿ ਜਾਂਦਾ ਸੀ? ਸਿਰਫ ਫੈਮਿਲੀ ਰਹਿ ਜਾਂਦੀ ਸੀ। ਬੇਸਿਕਲੀ ਇਹ ਮੇਰੇ ਖਿਆਲ ਨੇਚਰ ਇਜ਼ ਕਮਿੰਗ ਬੈਕ ਟੂ ਦ ਫੁੱਲ ਸਰਕਲ, ਆਪਣਾ ਰੰਗ ਦਿਖਾ ਰਹੀ ਹੈ ਜਿਹੜਾ ਕਿ ਸਾਨੂੰ ਸਮਝ ਨਹੀਂ ਆ ਰਿਹਾ, ਲੇਕਿਨ ਮੇ ਵੀ ਸਮਝ ਆ ਰਿਹਾ ਸੀ। ਇੰਟਰਸਟਿੰਗ ਹੈਗਾ ਕਿ ਤੁਹਾਡੇ ਦੋਨਾਂ ਦਾ ਵਿਊ ਵੀ ਕਿ ਭਾਵੇਂ ਹੋਣਾ ਹੀ ਚਾਹੀਦਾ, ਪਰ ਯੂ ਥਿੰਕ ਕਿ ਕਮਰਸ਼ੀਅਲ ਲੈਵਲ ਅਸੀਂ ਇੰਨਾ ਵੱਧ ਗਿਆ ਹੈ ਕਿ ਇਟ ਮਾਈਟ ਕਮ ਬੈਕ ਟੂ ਦ ਬਿਗਰ ਵੈਡਿੰਗਸ। ਔਰ ਮੇਰੇ ਮੁਤਾਬਿਕ ਪਰਵਿੰਦ ਜੀ ਹੋਣਾ ਵੀ ਚਾਹੀਦਾ। ਦੇਖੋ ਉਹਦੇ ਚ ਹੋਟਲ ਵਾਲਿਆਂ ਦਾ ਬਿਜ਼ਨਸ ਇਨਵੋਲਵ ਹੈ, ਕੇਟਰਿੰਗ ਦਾ, ਡੈਕੋਰੇਸ਼ਨ ਦਾ, ਉਹਨਾਂ ਨੂੰ ਕਿੰਨਾ ਨੁਕਸਾਨ ਹੋਇਆ ਇਸ ਚੀਜ਼ ਦਾ। ਅਸੀਂ ਤਾਂ ਚਲੋ ਮਨੀ ਸੇਵ ਕਰ ਲੱਤੀ, ਬੱਚਿਆਂ ਨੇ ਕਰਾਂਗੇ, ਲੇਕਿਨ ਮੇਰੇ ਮੁਤਾਬਿਕ ਤਾਂ ਵਾਪਿਸ ਉਹ ਟਾਈਮ ਆਣਾ ਚਾਹੀਦਾ ਤਾਂ ਕਿ ਸਭ ਦੀ ਜੌਬ ਲੱਗੀ ਰਹੇ, ਰੋਜ਼ੀ ਰੋਟੀ ਬਣੀ ਰਹੇ, ਸਾਡੀ ਵਾਪਸ ਦੁਨੀਆ ਵਾਪਸ ਆਏ, ਕੋਈ ਵੀ ਕਿਸੇ ਵੀ ਕੰਟਰੀ ਚ। ਖੁਸ਼ੀਆਂ ਨੂੰ ਮਿਸ ਕਰਦੇ ਆ, ਇੰਨੇ ਸੋਹਣੇ ਕੱਪੜੇ ਪਾਏ, ਤਿਆਰ ਹੋਏ, ਬਿਲਕੁਲ ਜਿਸ ਤਰ੍ਹਾਂ ਕਿੰਨੇ ਆਊਟਫਿਟ, ਕਿੰਨੇ ਮੇ ਵੀ 7-8 ਫੰਕਸ਼ਨ ਸੀ, ਐਜ਼ ਇਟ ਇਜ਼ ਪਏ ਆ, ਮੌਕਾ ਹੀ ਨਹੀਂ ਮਿਲਿਆ ਪਾਉਣ ਦਾ। ਤੇ ਇਸ ਕਰਕੇ ਮੈਂ ਪਰਮਾਤਮਾ ਅੱਗੇ ਦੁਆ ਕਰਾਂਗੀ, ਸਪੈਸ਼ਲੀ ਨੀਤਾ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੈ, ਮੈਂ ਤਾਂ ਠੀਕ ਹੀ ਲੇਡੀਜ਼ ਨੂੰ ਤਾਂ ਬਹੁਤ ਸਟਰੋਂਗ ਹੈ। ਅੱਛਾ ਕੁਇਕਲੀ ਬਿਫੋਰ ਯੂ ਗੋ, what do you think hindsight ਜਦੋਂ ਅਸੀਂ ਪਿੱਛੇ ਦੇਖਦੇ ਹਾਂ ਤੇ ਸਪੈਸ਼ਲੀ ਕੁੜੀ ਮੁੰਡਾ ਸਾਕਸ਼ੀ ਤੇ ਮੋਹਿਤ, ਇਹਨਾਂ ਨੂੰ ਕਿੰਜ ਲੱਗਦਾ ਹੈ ਕਿ ਵੈਡਿੰਗ ਵਧੀਆ ਹੋ ਗਈ ਕਿ ਥੋੜਾ ਵੇਟ ਕਰਦੇ ਸਾਡੀ ਵੱਡੀ ਹੋ ਜਾਂਦੀ? ਪੰਜਾਬੀ ਚ ਨਾ ਇੱਕ ਲਫ਼ਜ਼ ਹੈ, ਇਸ ਕਾਲ ਕੇ ਟੁੰਗੀ ਲਗਾਣਾ, ਮਤਲਬ ਨਾ ਜਿਹੜਾ ਉਹ ਕਦੇ ਕਦੇ ਟੁੰਗੀ ਲਗਾ ਦਿੰਦੇ ਬੱਚੇ। ਅੱਛਾ, ਮਤਲਬ ਹਾਂ ਕਿ ਮਤਲਬ ਕਦੇ ਕਦੇ ਬੋਲ ਪੈਂਦੇ ਕਿ ਐ ਹੋ ਜਾਂਦਾ ਤਾਂ ਠੀਕ ਹੁੰਦਾ, ਲੇਕਿਨ ਉਹ ਹੁਣ ਕੋਈ ਵੀ ਬੋਲ ਨਹੀਂ ਸਕਦਾ, ਅਸੀਂ ਕਿਸੇ ਦੀ ਚੱਲਦੀ ਤਾਂ ਹੈ ਨਹੀਂ ਇਸ ਮਾਹੌਲ ਦੇ ਵਿੱਚ, ਲੇਕਿਨ ਟੁੰਗੀ ਲਗਾ ਦਿੰਦੇ ਬੱਚੇ ਫਿਰ। ਸੋ ਮਤਲਬ ਉਹਨਾਂ ਨੂੰ ਥੋੜਾ ਜਿਹਾ ਰਹਿ ਗਿਆ ਕਿ ਸ਼ਾਇਦ ਵੇਟ ਕਰਦੇ ਤੇ ਹੋਰ ਵੱਡਾ ਅਸੀਂ ਕਰ ਸਕਦੇ ਸੀ। ਚਲੋ ਹੁਣ ਅਸੀਂ ਉਮੀਦ ਕਰਦੇ ਹਾਂ ਇਹਨਾਂ ਦੇ ਅੱਗੇ ਕੋਈ ਖੁਸ਼ੀ, ਜਦੋਂ ਖੁਸ਼ੀ ਆਏਗੀ ਸ਼ਾਇਦ ਅਸੀਂ ਉਸ ਖੁਸ਼ੀ ਨੂੰ ਅੱਗੇ ਲੋਕਾਂ 'ਚ ਵੰਡ ਸਕਾਂਗੇ। ਸੋ ਇਹੀ ਦੇਖੋ, ਪੋਜ਼ਿਟਿਵਿਟੀ ਇਜ਼ ਦਾ ਓਨਲੀ ਕੀ। ਅਸੀਂ ਸੋਚ ਹੀ ਸਕਦੇ ਹਾਂ, ਪਰਮਾਤਮਾ ਨੂੰ ਹੱਥ ਜੋੜ ਸਕਦੇ ਹਾਂ ਕਿ ਬਹੁਤ ਹੋ ਗਿਆ, ਹੁਣ ਸਾਡੇ ਤੇ ਮਿਹਰ ਕਰੋ, ਹੁਣ ਸਾਰਿਆਂ ਨੂੰ ਆਪਣਾ ਤੰਦਰੁਸਤੀ ਬਖਸ਼ੋ, ਸਾਰਿਆਂ ਦੀ ਰੱਖਿਆ ਕਰੋ। ਇਹੀ ਦੁਆ ਕਰ ਸਕਦੇ ਹਾਂ, ਇਹੀ ਪ੍ਰਾਰਥਨਾ ਕਰ ਸਕਦੇ ਹਾਂ ਬਾਬਾ ਜੀ ਕੋਲੇ ਕਿ ਬਸ ਸਭ ਦਾ ਖਿਆਲ ਰੱਖੋ। ਹੁਣ ਖਿਆਲ ਤਾਂ ਪਹਿਲਾਂ ਹੀ ਰੱਖਦੇ ਆ ਉਹ, ਲੇਕਿਨ ਜੋ ਵੀ ਹੋਇਆ ਨੇਚਰ ਨੇ ਸਾਨੂੰ ਦਿਖਾਇਆ ਕਿ ਉਹਦੇ ਉੱਤੋਂ ਕੋਈ ਵੱਡਾ ਹੈ ਨਹੀਂ। ਬਟ ਨਹੀਂ, ਥੈਂਕ ਯੂ ਸੋ ਮਚ ਕਿ ਤੁਸੀਂ ਇਹ ਆਪਣੀ ਸ਼ੇਅਰ ਕੀਤੀ, ਬਿਕੋਜ਼ ਵੀ ਵਰ ਆਲਵੇਜ਼ ਕਿਊਰੀਅਸ ਕਿ ਜੋ ਬੰਦੇ ਵਿਆਹ ਕਰ ਰਹੇ ਨੇ ਉਹ ਕਿਸ ਤਰ੍ਹਾਂ ਕਰ ਰਹੇ ਨੇ, ਔਰ ਇਟ ਇਜ਼ ਸੋ ਹਾਰਡ ਕਿਉਂਕਿ ਗੈਸਟ ਲਿਸਟ ਛੋਟੀ ਕਰਨੀ, ਫਿਰ ਹੋਰ ਸਾਰੀਆਂ ਚੀਜ਼ਾਂ ਛੋਟੀਆਂ ਕਰਨੀਆਂ। ਐਂਡ ਜਿਵੇਂ ਮੈਂ ਐਜ਼ ਅ ਗੈਸਟ ਇਨਵਾਈਟਡ ਸੀ, ਜਿੱਥੇ ਮੈਂ ਕਿਤੇ ਨਾ ਕਰਤੀ ਉਹ ਨਾਰਾਜ਼ਗੀ ਪੈ ਗਈ ਕਿ ਨਾ ਕਿਉਂ ਕੀਤੀ ਹੈ। ਸੋ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ। ਸੋ ਥੈਂਕ ਯੂ ਫॉर ਕਮਿੰਗ ਐਂਡ ਸ਼ੇਅਰਿੰਗ ਯੋਰ ਪਰਸਨਲ ਸਟੋਰੀ। ਵੀ ਰੀਅਲੀ ਐਪਰੀਸ਼ੀਏਟ ਦਿਸ। ਲੈਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਹੁਣ। ਥੈਂਕ ਯੂ ਸੋ ਮਚ। ਐਂਡ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਹੁਣ ਤੇ ਵਾਪਸ ਹਾਜ਼ਰ ਹੋਣੇ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਵਿਆਹਾਂ ਦੀ। 2020 ਚੈਲੰਜਿੰਗ ਈਅਰ ਆਫ ਕੋਵਿਡ ਪੈਂਡੈਮਿਕ। ਕਿਸ ਤਰ੍ਹਾਂ ਲੋਕਾਂ ਨੇ ਚੇਂਜਸ ਲਿਆਂਦੇ, ਔਰ ਹੁਣ ਸਾਡੇ ਨਾਲ ਸਾਡੇ ਜਾਣੇ ਪਛਾਣੇ ਸਾਰਿਆਂ ਨੂੰ ਜਾਣਨ ਵਾਲੇ ਡਾਕਟਰ ਮਨਬੀਰ ਸਿੰਘ ਜੀ ਹੈਗੇ ਆ। ਬਿਕੋਜ਼ ਅਸੀਂ ਖਾਸ ਤੌਰ ਤੇ ਪਲੀਜ਼ ਵੈਲਕਮ ਡਾਕਟਰ ਮਨਬੀਰ ਸਿੰਘ ਜੀ। ਮਨਬੀਰ ਸਿੰਘ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਆਏ। ਬਿਕੋਜ਼ ਅਸੀਂ ਤੁਹਾਨੂੰ ਤਾਂ ਵੀ ਪਕੜਿਆ ਕਿ ਤੁਸੀਂ 2020 'ਚ 2 ਵਿਆਹ ਕੀਤੇ ਹੈ, not even 1। ਲੋਕਾਂ ਨੂੰ ਇੱਕ ਕਰਨ 'ਚ ਮੁਸ਼ਕਿਲ ਹੋਈ ਹੈ ਤੇ ਤੁਸੀਂ 2 ਵਿਆਹ ਕੀਤੇ ਹੈ।
ਕੁਦਰਤੀ ਇਸ ਤਰ੍ਹਾਂ ਦੇ ਹੋਏ ਆ, ਪਰ ਦੋਨੋਂ ਵਿਆਹ ਦੇ ਵਿੱਚ ਬੜਾ ਅੰਤਰ ਹੈ, ਬਿਕੋਜ਼ ਇੱਕ ਕੋਵਿਡ ਦੇ ਪਹਿਲੇ ਹੋਇਆ, ਇੱਕ ਕੋਵਿਡ ਦੇ ਮਿਡਲ ਆਫ ਦ ਟਾਈਮ ਹੋਇਆ। ਸੋ ਪਲੀਜ਼ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਹੀ ਘਰ ਆਪਣੇ ਹੀ ਬੱਚਿਆਂ ਦਾ, ਬੇਟੇ ਦਾ ਵਿਆਹ ਤੁਸੀਂ ਪਹਿਲੇ ਕੀਤਾ ਹੈ ਔਰ ਫਿਰ ਬੇਟੀ ਦਾ, ਤੇ ਦੋਨਾਂ 'ਚ ਬੇਸਿਕ ਅੰਤਰ ਕੀ ਲੱਗਿਆ ਤੁਹਾਨੂੰ? ਫਸਟ ਆਫ ਆਲ ਥੈਂਕ ਯੂ ਸੋ ਮਚ ਕਿ ਤੁਸੀਂ ਸ਼ੇਅਰ ਕਰ ਰਹੇ ਹੋ ਆਪਣੀ ਪਰਸਨਲ ਇਹ ਐਕਸਪੀਰੀਅੰਸ। ਹਾਂਜੀ, ਆਦਮੀ ਨੇ ਠੀਕ ਕਿਹਾ ਹੈਗਾ ਕਿ ਬੇਟੇ ਦਾ ਵਿਆਹ ਜਿਹੜਾ ਉਹ ਪਿਛਲੇ ਸਾਲ ਫਰਵਰੀ ਦੇ ਮਹੀਨੇ ਕੀਤਾ, ਔਰ ਉਹ ਵਿਆਹ ਜਿਹੜਾ ਸੀ ਬੜੇ ਚਾਅ ਨਾਲ ਕੀਤਾ, ਔਰ ਕਨਕੁਨ ਜਾ ਕੇ ਵਿਆਹ ਕੀਤਾ। 200 ਬੰਦੇ ਸਾਡੇ ਵੱਲੋਂ, 50 ਬੰਦੇ ਆਪਣੇ ਲੰਡਨ ਤੋਂ ਲੜਕੀ ਵਾਲਿਆਂ ਵੱਲੋਂ ਆਏ, ਔਰ 4 ਦਿਨ ਅਸੀਂ ਉੱਥੇ ਰੁਕੇ ਆ, ਔਰ ਬੜਾ ਧੂਮਧਾਮ ਨਾਲ ਵਿਆਹ ਕੀਤਾ ਜੀ। ਤੇ ਉਸ ਤੋਂ ਬਾਅਦ ਜਦੋਂ ਬੇਕਰਸਫੀਲਡ ਵੀ ਸੀ, ਦੋਨੋਂ ਸਾਈਡ ਤੇ ਸੀ ਤੁਹਾਡੇ, ਹੈ ਨਾ, ਫੰਕਸ਼ਨਸ? हाँ जी, ਤੇ ਕਰੀਬ 3-4 ਫੰਕਸ਼ਨ ਕਨਕੁਨ ਵਿੱਚ ਕੀਤੇ ਆ। ਉਸ ਤੋਂ ਬਾਅਦ ਅਸੀਂ ਆਪਣੇ ਸ਼ਹਿਰ ਵਿੱਚ ਆ ਕੇ, ਸਾਡਾ ਫਰਜ਼ ਬਣਦਾ ਸੀ ਕਿ ਜਦੋਂ ਇਤਨੇ ਸਾਲਾਂ ਤੋਂ ਅਸੀਂ ਬੁਲਾਉਂਦੇ ਰਹੇ ਹਾਂ, ਜਾਂਦੇ ਰਹੇ ਹਾਂ ਜੀ, ਤੋਂ ਇੱਥੇ ਆ ਕੇ ਵੀ ਪਹਿਲਾਂ ਗੁਰਦੁਆਰੇ ਕੀਰਤਨ ਦਰਬਾਰ ਕੀਤਾ। ਉਸ ਤੋਂ ਬਾਅਦ ਫਿਰ ਅਸੀਂ ਇੱਥੇ ਮਹਿੰਦੀ ਦਾ ਪ੍ਰੋਗਰਾਮ ਕੀਤਾ, ਕਿਉਂਕਿ ਮੇਰੀ ਸਿਸਟਰ ਸਾਰੀਆਂ ਚਾਹੁੰਦੀਆਂ ਸੀ ਕਿ ਮਹਿੰਦੀ ਜ਼ਰੂਰ ਹੋਵੇ ਜੀ। ਤੇ ਉਸ ਤੋਂ ਬਾਅਦ ਫਿਰ ਅਸੀਂ ਰਿਸੈਪਸ਼ਨ ਕੀਤਾ। तो ਤਿੰਨੇ ਪ੍ਰੋਗਰਾਮ ਬੇਕਰਸਫੀਲਡ ਕੀਤੇ, ਕੋਈ 3-4 ਪ੍ਰੋਗਰਾਮ ਕਨਕੁਨ ਵਿੱਚ ਕੀਤੇ, ਬੜੇ ਧੂਮਧਾਮ ਨਾਲ ਕੀਤੇ। ਬਟ ਬੜੇ ਟਾਈਮਲੀ ਹੋਏ, ਕਿਉਂਕਿ ਉਸ ਤੋਂ ਬਾਅਦ ਇੱਕਦਮ ਲਾਕਡਾਊਨ ਸ਼ੁਰੂ ਹੋ ਗਏ ਸੀ ਜਦੋਂ ਤੁਸੀਂ ਵਾਪਸ ਆਏ ਹੋ। ਹਾਂਜੀ ਹਾਂਜੀ, ਅਸੀਂ ਜਦੋਂ 9 ਫਰਵਰੀ ਨੂੰ ਆਨੰਦ ਕਾਰਜ ਉੱਥੇ ਕਨਕੁਨ ਵਿੱਚ ਕਰਕੇ ਇੱਥੇ ਆ ਗਏ, ਤੇ 14 ਫਰਵਰੀ ਨੂੰ ਇੱਥੇ ਅਸੀਂ ਜਦੋਂ ਪ੍ਰੋਗਰਾਮ ਕੀਤੇ ਆ, 13, 14, 15 ਨੂੰ। ਉਸ ਤੋਂ ਬਾਅਦ ਸਾਡੇ ਜਿਹੜੇ ਦੂਰੋਂ ਆਏ ਹੋਏ ਸੀ ਬੰਦੇ, ਉਹ ਇੱਥੇ ਰੁਕੇ ਸੀ, ਸਾਰੇ ਜਾਂਜੀ ਸਾਰੇ ਰੁਕੇ ਹੋਏ ਸੀ। ਤੇ ਫਰਵਰੀ ਵਿੱਚ ਅਸੀਂ ਥੋੜਾ ਜਿਹਾ ਮਹਿਸੂਸ ਕੀਤਾ ਸੀ ਕਿ ਕੋਈ ਵਾਇਰਸ ਇਨਫੈਕਸ਼ਨ ਹੈ ਜਿਹੜਾ ਕਿ ਫੈਲ ਰਿਹਾ ਹੈ। ਤੇ ਸਾਡੇ ਮੇਰੇ ਜਿਹੜੇ ਸਾਧੂ ਸਾਹਿਬ ਸੀ, ਉਹ ਚਾਈਨਾ ਤੋਂ ਹੋ ਕੇ ਆਏ ਸੀ ਕਨਕੁਨ, ਤੇ ਜਦੋਂ ਕਨਕੁਨ ਤੋਂ ਵਾਪਸ ਇੱਧਰ ਆ ਰਹੇ ਸੀ ਤੇ ਆਪਣੇ ਮੈਕਸੀਕੋ ਬਾਰਡਰ ਤੇ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਆਪਣਾ ਕੁਆਰੰਟਾਈਨ ਨਹੀਂ ਕੀਤਾ, ਤੁਸੀਂ ਤੇ ਚਾਈਨਾ ਤੋਂ ਹੋ ਕੇ ਆਏ ਹੋ, ਤੁਹਾਨੂੰ ਇੱਕ ਦਿਨ ਜ਼ਿਆਦਾ ਰੁਕਣਾ ਪਏਗਾ। ਤੇ ਉਹਨਾਂ ਨੂੰ ਉੱਥੇ ਹੋਟਲ ਵਿੱਚ ਹੀ 에ਅਰਪੋਰਟ ਤੇ ਇੱਕ ਦਿਨ ਜ਼ਿਆਦਾ ਰੁਕਣਾ ਪਿਆ। ਸੋ ਦੈਟ ਵਾਸ ਦ ਓਨਲੀ ਥਿੰਗ ਕਿ ਅਸੀਂ ਉਸ ਵੇਲੇ ਫੀਲ ਕੀਤਾ ਕਿ ਗੜਬੜ ਹੋ ਰਹੀ ਹੈ। ਬਸ ਇੱਕ ਦਿਨ, ਕੋਈ ਉਹ ਨਹੀਂ ਕਿ ਤੁਹਾਡੇ ਟੋਟਲ ਜੇ ਦਿਨ ਪੂਰੇ ਨਹੀਂ ਹੋਏ ਜਿਹੜੇ ਹੋਣੇ ਚਾਹੀਦੇ ਸੀ, ਕਿ ਤੁਹਾਨੂੰ ਉਸ ਵੇਲੇ ਮੇਰੇ ਖਿਆਲ 4-5 ਦਿਨ ਦਾ ਕੁਝ ਏਦਾਂ ਚੱਲ ਰਿਹਾ ਸੀ ਕੋਈ ਕੁਆਰੰਟਾਈਨ ਦਾ ਪੀਰੀਅਡ। ਤੇ ਮੈਕਸੀਕੋ ਵਿੱਚ ਉਹਨਾਂ ਨੂੰ ਇੱਕ ਦਿਨ ਜ਼ਿਆਦਾ ਰੁਕਣਾ ਪਿਆ, ਹੋਟਲ 'ਚ ਰੁਕ ਗਏ ਤੇ ਸਵੇਰੇ ਫਿਰ ਦੂਜੇ ਦਿਨ ਫਲਾਈਟ ਲੈ ਕੇ ਆ ਗਏ। ਸੋ ਉਹ ਥੋੜਾ ਜਿਹਾ ਲੱਗਿਆ ਕਿ ਇਸ ਤਰ੍ਹਾਂ ਕਿਉਂ ਕੀਤਾ ਉਹਨਾਂ ਨਾਲ, ਕਿਉਂਕਿ ਉਹਨਾਂ ਦੀ ਫਲਾਈਟ 'ਚ ਇੰਡੀਆ ਤੋਂ ਜਦੋਂ ਆਏ ਸੀ ਤੇ ਚਾਈਨਾ ਹੋ ਕੇ ਆਈ ਸੀ। ਸੋ ਦੈਟ ਵਾਸ ਲਿਟਲ ਚੇਂਜ ਜਿਹੜਾ ਅਸੀਂ ਨੋਟਿਸ ਕੀਤਾ ਉਸ ਵੇਲੇ। ਤੇ ਉਸ ਤੋਂ ਇਲਾਵਾ ਫਿਰ ਅਸੀਂ ਇੱਥੇ ਆਏ ਤੇ ਬੜੀ ਧੂਮਧਾਮ ਨਾਲ ਸਾਰਾ ਵਿਆਹ ਹੋਇਆ। ਕੁਝ ਉਸ ਵੇਲੇ ਗੱਲ ਫੈਲੀ ਹੋਈ ਸੀ, ਸਾਡੇ ਕੋਲ ਬੜੀਆਂ ਸਾਰੀਆਂ ਤੁਹਾਡੀਆਂ ਥੈਂਕਸ ਟੂ ਦ ਕਿਡਸ, ਉਹਨਾਂ ਨੇ ਪਿਕਚਰਸ ਸਾਨੂੰ ਭੇਜੀਆਂ ਆਪਣੇ ਵਿਆਹ ਦੀਆਂ, ਬੜੀਆਂ ਧੂਮਧਾਮ ਨਾਲ। ਬੜੇ ਸਾਰੇ ਜਿਹੜੇ ਬੰਦੇ ਆ ਉਹਨਾਂ ਨਾਲੋਂ ਪਿਕਚਰਸ ਹੈਗੀਆਂ, ਵਿਲ ਡੈਫੀਨਿਟਲੀ ਸ਼ੋ। ਤੇ ਫਿਰ ਆਂਦਾ ਕੀਰਤ ਦਾ ਜਿਹੜਾ ਬੇਟੀ ਦਾ ਵਿਆਹ ਤੁਸੀਂ ਕੀਤਾ, ਉਹਦੇ 'ਚ ਫਿਰ ਕਿਸ ਤਰ੍ਹਾਂ, ਕਦੋਂ ਪਲਾਨ ਕੀਤਾ ਔਰ ਕੀ ਹੋਇਆ? ਜਦੋਂ ਕੀਰਤ ਦੀ ਜਦੋਂ ਕੁੜਮਾਈ ਕੀਤੀ ਅਗਸਤ ਦੇ ਮਹੀਨੇ ਲਾਸਟ ਈਅਰ, ਤੇ ਉਸ ਵੇਲੇ ਕਾਫੀ ਸੀ ਕਿ ਬਈ ਕਰੋਨਾ ਫੈਲਿਆ ਹੋਇਆ, ਇਟ ਵਾਸ ਵੈਲ ਨੋਨ, ਸਾਰਿਆਂ ਨੂੰ ਪਤਾ ਲੱਗ ਚੁੱਕਾ ਸੀ ਜੀ। ਤੇ ਫਿਰ ਉਸ ਵੇਲੇ ਅਸੀਂ ਫਿਰ ਕੀਰਤਨ ਦਰਬਾਰ ਘਰ ਹੀ ਕੀਤਾ। ਤੇ ਕੋਈ 25-30 ਬੰਦੇ ਹੋਣਗੇ, ਸਿਰਫ ਆਪਣੇ ਭੈਣ ਭਰਾ ਹੀ ਬੁਲਾਏ। ਤੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਆਏ ਹੋਏ ਸੀ, ਉਹਨਾਂ ਨੇ ਆ ਕੇ ਕੀਰਤਨ ਕੀਤਾ, ਅਰਦਾਸ ਕੀਤੀ, ਤੇ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਆਨੰਦ ਕਾਰਜ ਵੀ ਮੈਂ ਹੀ ਕਰਾਵਾਂਗਾ। ਤੇ ਅਗਸਤ ਦੇ ਮਹੀਨੇ ਵਿੱਚ, ਕਿਉਂਕਿ ਅਗਸਤ ਵਿੱਚ ਕੀਰਤ ਦੀ ਜਿਹੜੀ ਐਗਜ਼ਾਮ ਸੀ ਸਾਰੀਆਂ ਹੋ ਚੁੱਕੀਆਂ ਸੀ। ਸੋ ਇਟ ਸੂਟਡ ਹਰ ਵੈਰੀ ਵੈਲ ਕਿ ਵੀ ਆਪਾਂ ਅਗਸਤ ਵਿੱਚ ਹੀ ਕਰਨਾ ਹੈਗਾ ਜੀ। ਤੇ ਫਿਰ ਅਸੀਂ ਡਿਸਾਈਡ ਕੀਤਾ ਕਿ ਵਿਆਹ ਜਿਹੜਾ ਹੈਗਾ ਉਹ ਦਸੰਬਰ ਵਿੱਚ ਕਰਨਾ ਹੈਗਾ, ਕਿਉਂਕਿ ਲੜਕੇ ਔਰ ਲੜਕੀ ਦੋਵਾਂ ਨੂੰ ਲੱਗਿਆ ਕਿ ਕ੍ਰਿਸਮਸ ਟਾਈਮ ਉਹਨਾਂ ਦਾ ਆਫ ਹੈ, ਉਹਨਾਂ ਦਾ ਸਕੇਡਿਊਲ ਅਲਾਉ ਕਰਦਾ ਹੈ। ਮੈਂ ਇੱਥੇ 1 ਮਿੰਟ ਰੋਕਦੀ ਹਾਂ ਤੁਹਾਨੂੰ ਕਿ ਕੋਵਿਡ ਦੇ ਟਾਈਮ ਲੋਕੀ ਮੁਸ਼ਕਿਲ ਨਾਲ ਵਿਆਹ ਕਰ ਰਹੇ ਆ। ਸੋ ਬੱਚਿਆਂ ਦਾ ਮੇਨ ਰੀਜ਼ਨ ਇਸ ਪੀਰੀਅਡ 'ਚ ਵਿਆਹ ਕਰਨ ਦਾ ਕੀ ਸੀ ਕਿ ਆਪਣੇ ਸਕੇਡਿਊਲ ਸੂਟ ਕਰ ਰਿਹਾ ਸੀ? ਹਾਂਜੀ, ਉਹਨਾਂ ਨੂੰ ਆਪਣੇ ਸਕੇਡਿਊਲ ਦਾ ਸੀ ਕਿ ਬਈ ਸਾਨੂੰ ਛੁੱਟੀਆਂ ਹੀ, ਕ੍ਰਿਸਮਸ ਦੇ ਟਾਈਮ ਸਾਨੂੰ ਛੁੱਟੀਆਂ ਹੈ ਕਿ 2 ਹਫ਼ਤੇ ਦੀਆਂ ਜੀ, ਤੇ ਉਹ ਬੈਸਟ ਟਾਈਮ ਹੈ, ਅਸੀਂ ਵਿਆਹ ਉਸ ਵੇਲੇ ਕਰਨਾ ਚਾਹੁੰਦੇ ਹਾਂ। ਤੇ ਨਾਲੇ ਸਾਡਾ ਆਪਣਾ ਵੀ ਇਹ ਖਿਆਲ ਸੀ ਕਿ ਵੀ ਵਿਆਹ ਨੂੰ ਰੋਕਣਾ ਨਹੀਂ ਚਾਹੀਦਾ, ਕਿਉਂਕਿ ਜਿਹੜਾ ਸੰਸਾਰ ਨਾਲ ਚੱਲ ਰਿਹਾ ਹੈ ਉਹ ਤੇ ਚੱਲ ਹੀ ਰਿਹਾ ਹੈਗਾ, ਤੇ ਇਹਨਾਂ ਨੂੰ ਆਪਾਂ ਇਕੱਠੇ ਕਿਉਂ ਨਾ ਕਰੀਏ, ਇਹਨਾਂ ਨੂੰ ਇਕੱਠੇ ਹੋਣ ਦਈਏ, ਇਹ ਵੀ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ, ਔਰ ਜੋ ਸਾਰੇ ਪ੍ਰੀਕਾਸ਼ਨ ਲੈ ਰਹੇ ਨੇ ਇਹ ਵੀ ਲੈ ਲੈਣਗੇ। तो उसको डिले करने का कोई फायदा नहीं है। वेलकम बैक सारिਆਂ ਦਾ और वेलकम बैक डॉक्टर मनबीर जी, थैंक यू दैट ਤੁਸੀਂ अपना शेयर कर रहे हो सारी अपनी गल एंड थैंक यू कि बच्चों ਨੂੰ भी आई वुड से वी आर ग्रेटफुल कि उन्होंने अपनी विआह की गल साडे नाल शेयर की है, पिक्चर्स भी शेयर की हैं।
ਸੋ ਫਸਟ ਵਿਆਹ ਜਿਹੜਾ ਬਲਮੀਤ ਦਾ ਹੋਇਆ ਤੁਹਾਡੇ ਬੇਟੇ ਦਾ, ਉਹ ਕੋਵਿਡ ਦੇ ਭਾਵੇਂ ਫਰਵਰੀ ਸੀਗਾ, ਪਰ ਉਸ ਤੋਂ ਪਹਿਲੇ ਸੀਗਾ। ਸੋ ਸਾਰੀ ਰੌਣਕ ਜਿਹੜੀ ਹੈ, ਕਾਫੀ ਬੰਦੇ ਸੀਗੇ ਇਨਵੋਲਵਡ ਔਰ ਬੜੇ ਸਾਰੇ ਜਿਹੜੇ ਫੰਕਸ਼ਨਸ ਵੀ ਕੀਤੇ। ਹੁਣ ਆਉਂਦਾ ਕੀਰਤ ਦਾ ਵਿਆਹ, ਇਹ ਬੇਟੇ ਦਾ ਵਿਆਹ ਹੈਗਾ, ਬੜਾ ਸੋਹਣਾ ਕਿਰਨ ਐਂਡ ਬਲਮੀਤ ਇੰਜੋਏ ਕਰ ਰਹੇ ਆਪਣੀ ਵੈਡਿੰਗ ਐਂਡ ਬਟ ਕਿੰਨੇ ਬੰਦੇ ਹੈ। ਸੋ ਦਿਸ ਇਜ਼ ਦ ਫਰਸਟ ਵੈਡਿੰਗ। ਫਿਰ ਕੀਰਤ ਦੇ ਵਿਆਹ ਤੇ ਮਨਬੀਰ ਜੀ ਤੁਸੀਂ ਕਿਸ ਤਰ੍ਹਾਂ ਚੇਂਜਸ ਲਿਆਂਦੇ? ਥੋੜੇ ਬੰਦਿਆਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਗੈਸਟ ਲਿਸਟ ਕਿਵੇਂ ਘਟਾਈ? ਕੀਰਤ ਦੇ ਵਿਆਹ ਵਿੱਚ ਪੂਰਾ ਰਿਸਟ੍ਰਿਕਸ਼ਨ ਵਾਲੀ ਗੱਲ ਚਾਲੂ ਹੋ ਗਈ ਸੀ ਔਰ ਕਾਫੀ ਜ਼ੋਰ ਚੱਲ ਰਿਹਾ ਸੀ ਉਹਦਾ। ਸਾਨੂੰ ਇਤਨਾ ਨਹੀਂ ਪਤਾ ਸੀ ਕਿ ਇਤਨੇ ਜ਼ਿਆਦਾ ਰਿਸਟ੍ਰਿਕਸ਼ਨ ਹੋ ਜਾਣਗੇ। ਅਸੀਂ ਹੋਟਲ ਬੁੱਕ ਕਰਾ ਲਿਆ ਸੀ, ਕੇਟਰ ਬੁੱਕ ਕਰਾ ਲਿਆ ਸੀ, ਡੈਕੋਰੇਸ਼ਨ ਵਾਸਤੇ ਔਰ ਮੂਵੀ ਵਾਸਤੇ ਵੀ ਸਾਰੇ ਅਰੇਂਜਮੈਂਟ ਕਰ ਲਏ ਸੀ ਅਸੀਂ। ਅਗਸਤ ਸੈਪਟੈਂਬਰ ਤੋਂ ਹੀ ਅਰੇਂਜਮੈਂਟ ਸ਼ੁਰੂ ਕਰਤੇ ਸੀ ਸਾਰੇ। ਪਰ ਜਿੱਦਾਂ ਹੀ ਨਵੰਬਰ ਦਾ ਮਹੀਨਾ ਸ਼ੁਰੂ ਹੋਇਆ ਤੇ ਉਸ ਵੇਲੇ ਗੱਲਾਂ ਫੈਲਣਾ ਸ਼ੁਰੂ ਹੋ ਗਈਆਂ ਕਿ ਵੀ ਕੋਵਿਡ ਦਾ ਤੇ ਬਹੁਤ ਵੱਡਾ ਫੈਲਾਅ ਹੋਣ ਵਾਲਾ ਹੈ, ਬੜੇ ਪ੍ਰੀਕਾਸ਼ਨ ਦੀ ਲੋੜ ਹੈ। ਤੇ ਹੋਟਲ ਵਾਲੇ ਵੀ ਕਹਿੰਦੇ ਸੀ ਕਿ ਨਹੀਂ ਕੋਈ ਨਹੀਂ, ਅਸੀਂ ਕਰ ਰਹੇ ਹਾਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਤੇ ਅਸੀਂ ਹੋਟਲ ਵੀ 3-4 ਅਪਾਇੰਟਮੈਂਟ ਕੀਤੇ ਜਿੱਥੇ ਸਾਰਿਆਂ ਨੇ ਰੁਕਣਾ ਸੀ ਔਰ ਜਿੱਥੇ ਹਾਲ ਵੀ ਸੀ ਔਰ ਸਾਰਾ ਕੁਝ ਸੀ। ਪਰ ਦਸੰਬਰ ਦੇ ਪਹਿਲੇ ਹਫਤੇ ਹੀ ਉਹਨਾਂ ਨੇ ਸਾਨੂੰ ਦੱਸਤਾ ਕਿ ਸੌਰੀ, ਸਾਨੂੰ ਸਿਟੀ ਦੇ ਹੈਲਥ ਡਿਪਾਰਟਮੈਂਟ ਨੇ ਕਿਹਾ ਹੈ ਕਿ ਬਈ ਤੁਸੀਂ ਕਰ ਨਹੀਂ ਸਕਦੇ ਆ ਜੀ। ਤੇ ਉਹਨਾਂ ਨੇ ਸਾਨੂੰ ਕੈਂਸਲ ਕਰਤਾ। ਗੁਰਦੁਆਰੇ ਪਤਾ ਕੀਤਾ ਤਾਂ ਕਹਿੰਦੇ ਨਹੀਂ, ਗੁਰਦੁਆਰਾ ਤੇ ਅੱਜ ਕੱਲ੍ਹ ਲੱਗ ਨਹੀਂ ਰਿਹਾ, ਸਿਰਫ ਸੰਗਤ ਆਉਂਦੀ ਹੈ, ਮੱਥਾ ਟੇਕ ਕੇ ਚਲੀ ਜਾਂਦੀ ਹੈ, ਅਸੀਂ ਇੱਥੇ ਬਹਿਣ ਨਹੀਂ ਦਿੰਦੇ ਕਿਸੇ ਨੂੰ ਜੀ। ਉਹ ਫਿਰ ਸਾਨੂੰ ਪਤਾ ਲੱਗ ਗਿਆ ਸੀ ਕਿ ਹੁਣ ਟਾਈਮ ਆ ਗਿਆ ਕਿ ਆਪਾਂ ਨੂੰ ਡਰਾਸਟਿਕ ਚੇਂਜਸ ਕਰਨੇ ਪੈਣਗੇ ਜੀ। ਤਾਂ ਫਿਰ ਅਸੀਂ ਸਾਰਾ ਅਰੇਂਜਮੈਂਟ ਆਪਣੇ ਘਰ ਹੀ ਕਰ ਲਿਆ, ਘਰ ਹੀ ਟੈਂਟ ਲਗਾ ਕੇ ਨਾ। ਤੇ ਆਪਣੇ ਜਿਹੜੇ ਭੈਣ ਭਰਾ ਨੇ, ਮੈਂ ਤਰਨ ਨੂੰ ਕਿਹਾ ਵੀ ਤੁਸੀਂ ਆਪਣੇ ਬ੍ਰਦਰ ਸਿਸਟਰ ਨੂੰ ਬੁਲਾ ਲਓ ਤੇ ਮੈਂ ਆਪਣੇ ਬ੍ਰਦਰ ਸਿਸਟਰ ਨੂੰ ਬੁਲਾ ਲੈਣਾ, ਤੇ ਬਾਕੀਆਂ ਨੂੰ ਆਪਾਂ ਨਹੀਂ ਬੁਲਾਉਂਦੇ। ਬਾਕੀਆਂ ਨੂੰ ਆਪਾਂ ਕਹਿੰਦੇ ਆ, ਕਿਉਂਕਿ ਕਾਰਡ ਭੇਜੇ ਹੋਏ ਸੀ ਸਾਰਿਆਂ ਨੂੰ, ਤੇ ਬਾਕੀਆਂ ਨੂੰ ਅਸੀਂ ਕਹਿ ਦਿੱਤਾ ਕਿ ਪਲੀਜ਼ ਜੁਆਇਨ ਅਸ on the link and this is the link number। ਜਿਹੜੀ ਗੈਸਟ ਲਿਸਟ ਸੀ ਉਹ ਇੱਕਦਮ ਸਕੁਈਜ਼ ਹੋ ਕੇ ਛੋਟੀ ਹੋ ਗਈ ਐਂਡ ਉਹਦੇ ਵਿੱਚ ਤੁਸੀਂ ਘਰ ਵਿੱਚ ਹੁਣ ਲੱਕੀਲੀ ਸ਼ੁਕਰ ਹੈ ਵਾਹਿਗੁਰੂ ਦਾ ਬੜਾ ਕਿ ਘਰ ਵੱਡਾ ਹੈ ਔਰ ਪਿੱਛੇ ਬੈਕਯਾਰਡ 'ਚ ਤੁਸੀਂ ਵਿਆਹ ਕੀਤਾ। ਪਰ ਜੰਜ ਕਿੱਥੋਂ ਆਈ ਫਿਰ? ਉਹ ਜੰਜ ਜਿਹੜੀ ਸੀ ਉਹ ਸੈਨ ਹੋਜ਼ੇ ਤੋਂ ਆਉਣੀ ਸੀ। ਅੱਛਾ ਜੀ। ਤੇ ਉਹ ਐਕਚੁਅਲੀ ਲੜਕਾ ਜਿਹੜਾ ਭੁਪਿੰਦਰ ਸਿੰਘ, ਉਹਦਾ ਇੱਕ ਭਰਾ ਹੈਗਾ, ਇੱਕ ਭੈਣ ਹੈ ਤੇ ਮਾਤਾ ਪਿਤਾ ਹੈਗੇ। ਸੋ ਇਹ ਟੋਟਲ 5 ਬੰਦਿਆਂ ਦੀ ਫੈਮਿਲੀ ਹੈਗੀ। ਸੋ ਉਹ ਕਹਿੰਦੇ ਕਿ ਅਸੀਂ ਹੋਟਲ ਨਹੀਂ ਰੁਕਣਾ ਕਿਉਂਕਿ ਹੋਟਲਾਂ ਵਿੱਚ ਅੱਜ ਕੱਲ੍ਹ ਬੜੀ ਅਣਗਹਿਲੀ ਹੁੰਦੀ ਹੈ ਔਰ ਸਾਨੂੰ ਪਤਾ ਨਹੀਂ ਕਿ ਸੈਨੀਟਾਈਜ਼ਰ ਦਾ ਪੂਰਾ ਖਿਆਲ ਰੱਖਦੇ ਕਿ ਨਹੀਂ ਰੱਖਦੇ ਆ। ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਘਰ ਹੀ ਆ ਜਾਓ, ਫਿਰ ਹੋਟਲ ਜਾਓ ਹੀ ਨਾ। ਅੱਛਾ। ਸੋ ਟੋਟਲ 8 ਬੰਦੇ ਸੀ ਉਹ ਟੋਟਲ 8 ਪੀਪਲ। ਇਹ ਤੁਹਾਡੇ ਘਰ ਹੋ ਰਿਹਾ? ਆਨੰਦ ਕਾਰਜ ਘਰ ਹੀ ਹੋਏ ਨੇ? ਹਾਂ, ਘਰ ਵੀ ਆਨੰਦ ਕਾਰਜ ਹੋਇਆ ਤੇ ਰੁਕੇ ਵੀ ਸਾਡੇ ਘਰ ਦਾ ਜਿਹੜਾ ਗੈਸਟ ਰੂਮ ਹੈ ਉੱਥੇ ਰੁਕਿਆ। ਅੱਛਾ। ਸੋ ਬੜੀ ਸਾਨੂੰ ਬੜਾ ਅੱਛਾ ਲੱਗਿਆ ਔਰ ਉਹਨਾਂ ਨੂੰ ਵੀ ਚੰਗਾ ਲੱਗਿਆ। ਮੈਂ ਕਿਹਾ ਤੇ ਬੜਾ ਅੱਛਾ ਹੈਗਾ, ਤੁਸੀਂ ਗੈਸਟ ਰੂਮ ਵਿੱਚ ਰੁਕੋ, ਉੱਥੋਂ ਦੀ ਆਪਾਂ ਕੋਈ 25-30 ਕਦਮ ਚੱਲ ਕੇ ਤੇ ਮੇਨ ਘਰ ਦੇ ਇੱਥੇ ਆ ਜਾਣਾ ਹੈਗਾ, ਉਹ ਆਪਣੀ ਜਾਂਚ ਹੋ ਜਾਏਗੀ। ਦਿਨ ਦਾ ਟਾਈਮ ਹੈ ਤੇ ਦਿਨ ਦੇ ਟਾਈਮ ਤੇ ਵੈਸੇ ਵੀ ਬੈਂਡ ਬਾਜੇ ਔਰ ਡਾਂਸ ਦੀ ਲੋੜ ਨਹੀਂ ਹੈ। ਉਹ ਵੈਸੇ ਵੀ ਉਹ ਵੀ ਬੜੇ ਧਾਰਮਿਕ ਸੁਭਾਅ ਦੇ ਆ, ਉਹ ਕਹਿੰਦੇ ਨਹੀਂ ਅਸੀਂ ਸ਼ਬਦ ਕੀਰਤਨ ਕਰਦੇ ਹੀ ਆਉਣਾ ਹੈ। ਓਕੇ। ਸੋ ਉਹ ਆਪਣਾ 15-20 ਕਦਮ ਚੱਲ ਕੇ ਇੱਧਰ ਆ ਗਏ ਤੇ ਅਸੀਂ ਉਹਨਾਂ ਨਾਲ ਮਿਲਣੀ ਕਰ ਲਈ, ਅਰਦਾਸ ਹੋ ਗਈ ਤੇ ਨਾਲ ਹੀ ਟੈਂਟ ਲੱਗਿਆ ਹੋਇਆ ਸੀ ਜਿੱਥੇ ਕਾਰ। ਇਹ ਤੁਹਾਡੀ ਜਿਹੜੀ ਪਿਕਚਰ ਹੁਣ ਦਿਖਾ ਰਹੇ ਆ ਉਹ ਤੁਸੀਂ ਆਪ ਹੀ ਡੱਬੇ ਵਗੈਰਾ ਪੈਕ ਕਰ ਰਹੇ ਹੋ? ਮਠਾਈ ਤਿਆਰੀ ਚੱਲ ਰਹੀ ਹੈ ਜੀ। ਹਾਂਜੀ, ਡੱਬੇ ਸਾਰੇ ਤਿਆਰ ਹੋ ਰਹੇ, ਤਿਆਰੀ ਚੱਲ ਰਹੀ ਹੈ ਕਿ ਵੀ ਸਾਰਿਆਂ ਨੂੰ ਆਪਾਂ ਕੁਝ ਦੇ ਕੇ ਤੋਰਨਾ ਹੈ। ਹਾਂਜੀ ਜੀ। ਤੇ ਇਹ ਡੱਬੇ ਅਸੀਂ ਆਪਣੇ ਗਰਾਜ ਵਿੱਚ ਹੀ ਸਾਰੇ ਤਿਆਰ ਕਰ ਲਏ ਸੀ ਜੀ। ਤੇ ਸਾਨੂੰ ਸੈਨ ਡਿਏਗੋ ਤੋਂ ਰੂਬੀ ਜੀ ਨੇ ਸਾਰੀ ਮਿਠਾਈਆਂ ਭਿਜਵਾ ਦਿੱਤੀਆਂ ਸੀ ਤੇ ਅਸੀਂ ਆਪਣੀ ਤਿਆਰੀ ਘਰ ਹੀ ਕਰ ਲਈ ਸੀ ਸਾਰੀ ਜੀ। ਬਸ ਘਰ ਦੇ ਅੰਦਰ ਹੀ ਆਨੰਦ ਕਾਰਜ ਹੋ ਗਿਆ, ਪਿੱਛੇ ਟੈਂਟ ਲਗਾ ਦਿੱਤਾ ਸੀ ਤੇ ਭਾਈ ਹਰਜਿੰਦਰ ਸਿੰਘ ਜੀ ਆਪ ਨਹੀਂ ਆ ਸਕੇ ਕਿਉਂਕਿ ਉਹ ਆਪ ਹੀ ਜਦੋਂ ਇੰਡੀਆ ਗਏ ਤੇ ਉਹਨਾਂ ਨੂੰ ਕੋਰੋਨਾ ਹੋ ਗਿਆ, ਹਸਪੀਟਲ ਵਿੱਚ ਸੀ। ਤੇ ਫਿਰ ਅਸੀਂ ਗੁਰਦੁਆਰੇ ਦੇ ਜੱਥੇ ਨੂੰ ਹੀ ਬੁਲਾ ਲਿਆ ਕਿ ਤੁਸੀਂ ਘਰ ਹੀ ਆ ਕੇ ਆਨੰਦ ਕਾਰਜ ਕਰ ਦਿਓ। ਤੇ ਉਹ ਘਰ ਆ ਗਏ। ਸਾਡੇ ਕੋਲ ਇੱਕ ਬੜੇ ਅੱਛੇ ਡੈਕੋਰੇਸ਼ਨ ਵਾਲੇ ਸਤਬੀਰ ਸਿੰਘ ਹੈਗੇ, ਉਹਨਾਂ ਨੇ ਸਾਰਾ ਕਰ ਲਿਆ, ਟੈਂਟ ਲਗਵਾ ਦਿੱਤਾ, ਡੈਕੋਰੇਸ਼ਨ ਕਰਤੀ ਤੇ ਉਹਨਾਂ ਨੇ ਸਾਰਾ ਇੰਤਜ਼ਾਮ ਕਰਤਾ ਸੀ। ਸ਼ਬਦ ਕੀਰਤਨ ਹੋਇਆ, ਆਨੰਦ ਕਾਰਜ ਹੋਇਆ। ਤੇ ਹੁਣ ਇਹ ਜਿੱਦਾਂ ਹੁਣ ਜਦੋਂ ਮੇਨ ਘਰ ਤੋਂ ਆਨੰਦ ਕਾਰਜ ਵਾਸਤੇ ਕੀਰਤ ਜਾ ਰਹੀ ਹੈ, ਇਸ ਤਰ੍ਹਾਂ ਅਸੀਂ ਉਹਨੂੰ ਲੈ ਕੇ ਗਏ। ਉਹਦੀ ਜਿੰਨੀ ਕਜ਼ਨ ਸੀ ਉਹ ਆ ਗਈਆਂ ਸੀ ਸਾਰੀਆਂ ਤੇ ਸਾਰੇ ਆ ਕੇ ਤੇ ਆਨੰਦ ਕਾਰਜ ਕਰਤਾ। ਉਸ ਤੋਂ ਬਾਅਦ ਫਿਰ ਅਸੀਂ ਘਰ ਦੇ ਅੰਦਰ ਹੀ ਆਪਣਾ ਪਾਰਟੀ ਕਰਤੀ, ਛੋਟੀ ਜਿਹੀ ਰਿਸੈਪਸ਼ਨ ਕਰਤਾ ਜਿਹਦੇ ਡਾਂਸ ਵਗੈਰਾ ਕਰਦੇ ਰਹੇ, ਮਿਊਜ਼ਿਕ ਵਗੈਰਾ ਹੋ ਗਿਆ। ਸੋ ਮਨਬੀਰ ਜੀ, ਜਦੋਂ ਸਾਰੇ ਬੱਚੇ ਤੁਹਾਡੀ ਰਾਏ ਇੱਕੋ ਹੀ ਸੀ ਕਿ ਹਾਂ ਹੁਣੇ ਕਰ ਦਿੰਦੇ ਆ? ਬੱਚਿਆਂ ਨੇ ਨਹੀਂ ਕਿਹਾ ਕਿ ਵੇਟ ਕਰੋ ਮੈਂ ਵੱਡਾ ਕਰਨਾ ਹੈ, ਜਾਂ ਕਿਸ ਤਰ੍ਹਾਂ ਦੀ ਓਪੀਨੀਅਨ ਸੀ ਉਸ ਵੇਲੇ?
ਨਹੀਂ ਕੀਰਤ, ਕਿਉਂਕਿ ਆਪ ਮੈਡੀਸਿਨ ਵਿੱਚ ਹੈ ਹੁਣ, ਉਸ ਵੇਲੇ ਉਹ 4th ਈਅਰ ਸਟੂਡੈਂਟ ਸੀ, ਹੁਣ ਤੇ ਰੈਸੀਡੈਂਸੀ ਸ਼ੁਰੂ ਕਰਨੀ ਹੈ, ਉਹਨੂੰ ਸਾਰੀ ਗੱਲ ਦਾ ਪਤਾ ਸੀ। ਸੋ ਉਹ ਕਹਿੰਦੀ ਸੀ ਕਿ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਣਾ, ਤੇ ਮਾਸਕ ਸੈਨੀਟਾਈਜ਼ਰ ਅਸੀਂ ਰੱਖੇ ਸੀ ਸਾਰਿਆਂ ਵਾਸਤੇ, ਤੇ ਉਹ ਚਾਹੁੰਦੀ ਸੀ ਕਿ ਛੋਟਾ ਹੀ ਹੋਵੇ, ਵੱਡਾ ਨਾ ਹੋਵੇ। ਕੀਰਤ ਵੀ ਇਹੀ ਕਹਿੰਦੀ ਸੀ, ਭੁਪਿੰਦਰ ਸਿੰਘ ਵੀ ਇਹੀ ਕਹਿੰਦੇ ਸੀ ਵੀ ਸਮਾਲ ਲੈਵਲ ਤੇ ਹੀ ਹੋਵੇ। ਸੋ ਉਹ ਤੇ ਬੜੇ ਖੁਸ਼ ਸੀ ਇਸ ਗੱਲ ਤੇ। ਸਾਨੂੰ ਥੋੜਾ ਜਿਹਾ ਕਿ ਬਈ ਕਾਸ਼ ਅਸੀਂ ਵੱਡਾ ਕਰ ਸਕਦੇ ਤੇ ਚੰਗਾ ਹੋ ਜਾਂਦਾ, ਥੋੜਾ ਹੈ ਨਾ, ਤੜਕਾ ਜ਼ਿਆਦਾ ਹੁੰਦਾ, ਸਾਰਿਆਂ ਨੂੰ ਬੁਲਾ ਪਾਉਂਦੇ ਜਿਨ੍ਹਾਂ ਨੂੰ ਅਸੀਂ ਬੁਲਾਉਣਾ ਚਾਹੁੰਦੇ ਸੀ। ਤੇ ਉੱਪਰੋਂ ਸਾਰਾ ਰਿਸਟ੍ਰਿਕਟ ਕਰਨਾ ਪਿਆ ਸਾਨੂੰ। ਜਿਨ੍ਹਾਂ ਨੂੰ ਅਸੀਂ ਕਿਹਾ ਵੀ ਹੋਇਆ ਸੀ ਤੁਸੀਂ ਆਉਣਾ ਹੈ, ਅਸੀਂ ਉਹਨੂੰ ਥੋੜਾ ਜਿਹਾ ਮੋਡੀਫਾਈ ਕਰਕੇ ਇਹ ਕਹਿ ਦਿੱਤਾ ਕਿ ਤੁਹਾਨੂੰ ਅਸੀਂ ਲਿੰਕ ਭੇਜਾਂਗੇ, ਪਲੀਜ਼ ਵਾਚ ਇਟ। तो उन्होंने पता सी कि ਅਸੀਂ ਜਾਣਾ ਨਹੀਂ ਹੈ, ਤੇ ਘਰ ਹੀ ਆਪਣਾ ਦੇਖਦੇ ਰਹੇ, ਲਿੰਕ ਦੇਖਦੇ ਰਹੇ ਸਾਰੇ, ਔਰ ਸਾਨੂੰ ਬਧਾਈਆਂ ਦਿੰਦੇ ਰਹੇ, ਟੈਕਸਟ ਕਰਦੇ ਰਹੇ, ਹੈ ਨਾ ਜੀ। ਮਨਵੀਰ ਜੀ, ਲੱਕੀਲੀ ਕੀਰਤ ਦੇ ਵਿਆਹ ਦੇ ਉੱਤੇ ਤੁਹਾਡਾ ਪਲੈਨਿੰਗ ਵੀ ਕੋਵਿਡ ਦੇ ਟਾਈਮ ਤੇ ਦੇਖੋ ਕਿੰਨੇ ਸਾਰਾ ਤੁਸੀਂ ਹੈਂਡ ਸੈਨੀਟਾਈਜ਼ਰਸ ਤੇ ਉਹ ਸਾਰਾ ਕੁਝ ਇਕੱਠਾ ਕੀਤਾ ਉਸ ਵਾਸਤੇ। ਮਤਲਬ ਅਨਲਾਈਕਲੀ ਹੈ ਕਿ ਜਿੱਥੇ ਹੋਰ ਚੀਜ਼ਾਂ ਇਕੱਠੀਆਂ ਕਰ ਰਹੇ ਹੁੰਦੇ ਆ, ਗਿਵ ਅਵੇਜ਼ ਐਂਡ ਆਲਸੋ ਦਿਸ ਵਾਸ ਅ ਮੇਜਰ ਕਿ ਰਿਕੁਆਇਰਮੈਂਟ ਸੀਗੀ ਉਸ ਵੇਲੇ। ਪਰ ਓਵਰਆਲ ਦੇਖੋ ਤੇ ਬੱਚੇ ਵੀ ਉਹੀ ਚਾਹੁੰਦੇ ਸੀਗੇ। ਹੁਣ ਤੁਹਾਨੂੰ ਲੱਗਦਾ ਹੈ ਕਿ ਹਾਈਂਡਸਾਈਟ ਤੇ ਦੇਖੋ, ਇਹ ਜਦੋਂ ਸਾਰਾ ਕੁਝ ਖੁੱਲ ਜਾਏਗਾ, ਵੈਡਿੰਗਸ ਵਾਪਸ ਵੱਡੀਆਂ ਹੋ ਜਾਣਗੀਆਂ, ਕਿ ਤੁਹਾਨੂੰ ਲੱਗਦਾ ਹੈ ਇਹ ਛੋਟੀਆਂ ਵੈਡਿੰਗਸ ਹੀ ਠੀਕ ਹੈ? ਬੱਚੇ ਕੀ ਕਹਿੰਦੇ ਆ ਔਰ ਤੁਹਾਡੀ ਕੀ ਰਾਏ ਹੈ? ਬੱਚੇ ਤੇ ਕੋਈ ਖਾਸ ਇੰਟਰਸਟ ਨਹੀਂ ਹੈਗਾ ਉਹਨਾਂ ਨੂੰ। ਉਹ ਤੇ ਕਹਿੰਦੇ ਕਿ ਚਲੋ ਜਿਹੜੇ ਵੀ ਆਏ ਸੀ ਅਸੀਂ ਸਾਰਿਆਂ ਨੂੰ ਥੈਂਕ ਯੂ ਕਾਰਡ ਭੇਜ ਦਿਆਂਗੇ, ਤੇ ਆਪਣੇ ਜਿਹੜੇ ਉਹਨਾਂ ਦਾ ਜਿਹੜਾ ਐਲਬਮ ਹੈ ਉਹ ਇੰਡੀਆ ਤੋਂ ਬਣ ਕੇ ਆ ਰਿਹਾ ਹੈ, ਉਹ ਅਸੀਂ 2 ਕਾਪੀਆਂ ਮੰਗਾਈਆਂ, ਇੱਕ ਆਪਣੇ ਘਰ ਵਾਸਤੇ ਤੇ ਇੱਕ ਬੇਟੇ ਵਾਸਤੇ। ਤੇ ਉਹਨਾਂ ਦੀ ਜਿਹੜੀ ਪੂਰੀ ਵੀਡੀਓ ਜਿਹੜੀ ਹੈ ਉਹ ਸਾਰੀ ਬਣ ਕੇ ਆ ਰਹੀ ਹੈ, ਉਹ ਅਸੀਂ ਸ਼ੇਅਰ ਕਰ ਲਿਆਂਗੇ ਸਾਰਿਆਂ ਦੇ ਨਾਲ। ਪਰ ਮੇਰਾ ਤੇ ਅਜੇ ਵੀ ਦਿਲ ਕਰਦਾ ਹੈ ਕਿ ਅਗਰ ਸਾਰਾ ਕੁਝ ਖੁੱਲ ਜਾਵੇ ਤੇ ਅਸੀਂ ਜੋ ਵੀ ਇੱਕ ਮਨ ਦੇ ਅੰਦਰ ਮਹਿਸੂਸ ਹੁੰਦਾ ਹੈ ਕਿ ਸਾਰਿਆਂ ਨੂੰ ਇਕੱਠਾ ਕਰਕੇ ਆਪਾਂ ਇਹਨਾਂ ਨੂੰ ਵੈਲਕਮ ਕਰਾਂਗੇ ਕਿਸੇ ਦਿਨ ਜੀ। ਹੋ ਸਕਦਾ ਹੈ ਕਿ ਕੁਝ ਮਹੀਨੇ ਜਾਂ ਸਾਲ ਬਾਅਦ ਜਦੋਂ ਵੀ ਕਰਨਾ ਹੈਗਾ, ਵਾਹਿਗੁਰੂ ਮਿਹਰ ਕਰੇ ਆਪਾਂ ਕਰ ਸਕੀਏ, ਕਿਉਂਕਿ ਸਾਰਿਆਂ ਨਾਲ ਮਿਲਣਾ ਔਰ ਸਾਰਿਆਂ ਨਾਲ ਵਿਵਹਾਰ ਰੱਖਣਾ ਆਪਣਾ ਬੜਾ ਅੱਛਾ ਲੱਗਦਾ ਹੈ, ਕਿਉਂਕਿ ਅਸੀਂ ਸਾਰਿਆਂ ਦੇ ਗਏ ਹੋਏ ਹਾਂ ਤੇ ਮੈਨੂੰ ਲੱਗਦਾ ਹੈ ਕਿ ਸਾਡਾ ਇੱਕ ਮੋਰਲ ਆਬਲੀਗੇਸ਼ਨ ਵੀ ਹੈ ਕਿ ਸਾਰਿਆਂ ਨੂੰ ਜ਼ਰੂਰ ਬੁਲਾਈਏ। ਹਾਲਾਂਕਿ ਜਿੰਨਾ ਵੀ ਤੁਹਾਡੀ ਐਂਡ ਵਾਟ ਅਬਾਊਟ ਤਰਨ ਯੋਰ ਵਾਈਫ, ਉਹਨਾਂ ਦਾ ਕੀ ਕਹਿਣਾ ਹੈ? ਉਹਨਾਂ ਦਾ ਵੀ ਇਸ ਮਾਮਲੇ ਵਿੱਚ ਸੇਮ ਹੀ ਕਹਿਣਾ ਹੈਗਾ। ਸਾਡੇ ਕੋਲ ਜਿਹੜਾ ਸਮਾਨ ਆਇਆ ਹੋਇਆ ਸੀ ਨਾ, ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਜਿਨ੍ਹਾਂ ਨੂੰ ਅਸੀਂ ਦੇ ਸਕਦੇ ਸੀ, ਮਿਠਾਈ ਦੇ ਡੱਬੇ ਅਸੀਂ ਉਹਨਾਂ ਨੂੰ ਦੇ ਦਿੱਤੇ, ਸਾਰਿਆਂ ਨੂੰ ਘਰ ਜਾ ਕੇ ਦੇ ਦਿੱਤੇ। ਉਹਨਾਂ ਨੂੰ ਕਿਹਾ ਕਿ ਤੁਹਾਡੇ ਮੇਲ ਬਾਕਸ ਵਿੱਚ ਅਸੀਂ ਡੱਬਾ ਰੱਖਤਾ ਹੈਗਾ, ਪਲੀਜ਼ ਪਿਕ ਇਟ ਅਪ। ਅੰਦਰ ਨਹੀਂ ਗਏ, ਡੱਬੇ ਉਹਨਾਂ ਦੇ ਰੱਖਤੇ, ਕਿਉਂਕਿ ਅਸੀਂ ਸਾਰਿਆਂ ਨੂੰ ਪੱਗਾਂ ਦੇਣੀਆਂ ਸੀ, ਪਿੰਕ ਰੰਗ ਦੀਆਂ ਪੱਗਾਂ ਅਸੀਂ ਮੰਗਾਈਆਂ ਹੋਈਆਂ ਸੀ। ਤੇ ਆਪਣਾ ਇੱਕ ਉਹਨਾਂ ਵਾਸਤੇ ਸਾਰਿਆਂ ਵਾਸਤੇ ਛੋਟਾ ਜਿਹਾ ਸਟਾਰ ਲਾਇਆ ਸੀ ਜਿਹੜਾ ਪਿੰਨ ਲਾਉਂਦੇ ਆ ਕੋਟ ਤੇ। ਲੇਡੀਜ਼ ਵਾਸਤੇ ਵੀ ਤਰ੍ਹਾਂ ਦੇ ਬਹੁਤ ਸਾਰੀ ਚੀਜ਼ਾਂ ਮੰਗਾਈਆਂ ਹੋਈਆਂ ਸੀ, ਜਿਹੜਾ ਉਹਨਾਂ ਨੇ ਫੁਲਕਾਰੀ ਜਾਂ ਕੁਝ ਲੈਣਾ ਹੈਗਾ, ਉਹ ਅਸੀਂ ਸਾਰਿਆਂ ਦੇ ਨਾ ਜਿਹੜੇ ਸਾਡੀ ਸੰਗਤ ਦੇ ਮੈਂਬਰ ਹੈਗੇ ਜਿਨ੍ਹਾਂ ਨਾਲ ਬਹੁਤ ਮੇਲ ਜੋਲ ਹੈ, ਉਹ ਸਾਰਿਆਂ ਨੂੰ ਅਸੀਂ ਘਰ ਜਾ ਕੇ ਦੇ ਆਏ। ਘਰ ਜਾ ਕੇ ਦੇ ਆਏ, ਅੰਦਰ ਨਹੀਂ ਗਏ ਤੇ ਫੋਨ ਕਰਕੇ ਕਹਿ ਦਿੱਤਾ ਕਿ ਪਲੀਜ਼ ਇਹਨੂੰ ਪਿਕਅਪ ਕਰ ਲਿਓ, ਇਹ ਵਿਆਹ ਦਾ ਸਗਨ ਹੈ, ਇਹ ਅਸੀਂ ਤੁਹਾਨੂੰ ਦੇਣਾ ਚਾਹੁੰਦੇ, ਅਸੀਂ ਮੰਗਾਇਆ ਹੋਇਆ ਸੀ, ਪਰ ਚਲੋ ਇਹ ਹੁਣ ਤੁਸੀਂ ਰੱਖ ਲਓ ਸਾਡੇ ਵੱਲੋਂ। ਇਟਸ ਅ ਫਨੀ ਥਿੰਗ ਮਨਬੀਰ ਜੀ, ਜਿਵੇਂ ਤੁਸੀਂ ਔਰ ਉਹ ਅਸੀਂ ਸਾਡੀ ਜਨਰੇਸ਼ਨ, ਅਸੀਂ ਜਿਸ ਤਰ੍ਹਾਂ ਸਹੀ ਕਹਿੰਦੇ ਹਾਂ ਕਿ ਅਸੀਂ ਵਿਆਹ ਅਟੈਂਡ ਕੀਤੇ ਔਰ ਸਾਨੂੰ ਬੜਾ ਅੱਛਾ ਲੱਗਦਾ ਜਦੋਂ ਵਿਆਹ ਦੇ ਮੌਕੇ ਤੇ ਸਾਰੇ ਇਕੱਠੇ ਹੁੰਦੇ ਹੈ, ਉਹ ਜਿਹੜੀ ਰੌਣਕ ਲੱਗਦੀ ਹੈ। ਪਰ ਇੰਟਰਸਟਿੰਗ ਕਿ ਤੁਹਾਡਾ ਬੇਟਾ ਜਿਹੜੀ ਕਿ ਪੌਂਬਨ ਸ਼ੋਅ ਨਾਲ ਬੜੇ ਫੰਕਸ਼ਨਸ ਨਾਲ ਹੋਇਆ ਉਹਦਾ ਵਿਆਹ, ਹਾਈਂਡਸਾਈਟ ਤੇ ਉਹਦਾ ਕੀ ਵਿਊ ਹੈ? ਉਹਨੂੰ ਲੱਗਦਾ ਹੈ ਕਿ ਮੇਰਾ ਜ਼ਿਆਦਾ ਵੱਡਾ ਹੋਇਆ, ਮੈਨੂੰ ਛੋਟਾ ਕਰਨਾ ਚਾਹੀਦਾ ਸੀ। ਉਹ ਹੁਣ ਤੇ ਖੈਰ ਘੱਟ ਹੋ ਗਿਆ ਉਹਦਾ ਕਹਿਣਾ, ਪਰ ਕਾਫੀ ਦੇਰ ਤੱਕ ਉਹ ਕਹਿੰਦਾ ਰਿਹਾ ਮੈਨੂੰ ਇਤਨਾ ਵੱਡਾ ਨਹੀਂ ਚਾਹੀਦਾ, ਮੈਨੂੰ ਇਹ ਸਾਰਾ ਨਹੀਂ ਚਾਹੀਦਾ, ਹੈ ਨਾ। ਉਹ ਕਹਿੰਦਾ ਰਿਹਾ ਜਿੱਦਾਂ ਨਾ, ਪਰ ਉਹਨੂੰ ਕੋਈ ਚੋਇਸ ਨਹੀਂ ਸੀ। ਪਰ ਉਹ ਕਹਿੰਦਾ ਰਹਿੰਦਾ ਹੈ ਕਿ ਮੈਨੂੰ ਇਤਨਾ ਵੱਡਾ ਨਹੀਂ ਚਾਹੀਦਾ ਸੀ, ਇਤਨੇ ਬੰਦੇ ਕਿਉਂ ਬੁਲਾਏ ਹੈ, ਇਹ ਸਾਰਾ ਕਿਉਂ ਕਰ ਰਹੇ ਹੋ, ਲਾਈਟਾਂ ਕਿਉਂ ਲਗਾਈਆਂ ਘਰ ਦੇ ਅੰਦਰ, ਇਤਨੀ ਸਾਰੀਆਂ ਡੈਕੋਰੇਸ਼ਨ, ਇਤਨਾ ਵੱਡਾ ਕਿਉਂ ਕੀਤਾ ਹੈਗਾ। ਤਾਂ ਫਿਰ ਉਹਨੂੰ ਦੱਸਣਾ ਪਿਆ ਕਿ ਬੇਟਾ ਅਸੀਂ ਖੁਸ਼ ਹੈਗੇ ਇਹਦੇ ਵਿੱਚ, ਸਾਡਾ ਯੂ ਆਰ ਦ ਓਨਲੀ ਸਨ, ਸਾਨੂੰ ਖੁਸ਼ੀ ਹੈ, ਚਾਮਲ ਹੈ, ਤੁਹਾਡੇ ਗ੍ਰੈਂਡ ਪੇਰੈਂਟਸ ਨੂੰ ਵੀ ਬੜੀ ਖੁਸ਼ੀ ਹੈ ਇਸ ਗੱਲ ਦੀ। ਤੇ ਵਿਆਹ ਵਾਲਾ ਘਰ ਤੇ ਲੱਗਣਾ ਚਾਹੀਦਾ ਨਾ ਕਿ ਵਿਆਹ ਵਾਲਾ ਘਰ ਹੈ। ਤੇ ਬੁਲਾਣੇ ਦੀ ਜਿਹੜੀ ਗੱਲ ਹੈ ਕਿ ਮੈਂ ਉਹਨੂੰ ਤਾਂ ਬੁਲਾਇਆ ਨਹੀਂ, ਕੋਈ ਸਟ੍ਰੇਂਜਰ ਹੈ, ਉਹਨਾਂ ਨੇ ਬੁਲਾਇਆ ਜਿਨ੍ਹਾਂ ਨੇ ਮੈਨੂੰ ਬੁਲਾਇਆ ਹੋਇਆ ਜੀ। ਸੋ ਆਈ ਹੈਵ ਟੂ ਪੇ ਬੈਕ, ਇਹ ਮੈਨੂੰ ਚਾਂਸ ਮਿਲਿਆ ਹੈਗਾ ਉਹਨਾਂ ਨੂੰ ਬੁਲਾਉਣ ਦਾ ਜੀ। ਹੁਣ ਸਿਟੀ ਦੇ ਮੇਅਰ ਨੇ ਆ ਕੇ ਜੀ ਆਏ, ਜੱਗੀ ਜਗਤਾਰ ਜੀ ਆਏ, मुझे एक बहाना हो जाता मिलन, नहीं तो कौन आंदा है, उचेचे तौर पे आना मुश्किल। तो मैंने चंगा लगे कि सारे आ सके और ਅਸੀਂ ਉਹਨਾਂ ਨੂੰ ਮਿਲ ਸਕੇ ਨਾ। ਜੀ ਜੀ ਜੀ।
ਸੋ ਮਨਬੀਰ ਜੀ ਤੁਹਾਨੂੰ ਲੱਗਦਾ ਜਦੋਂ ਇੱਕ ਵਾਰੀ ਖੁੱਲ ਜਾਏਗਾ ਤੇ ਆਈ ਮੀਨ ਵੀਵ ਬੀਨ ਲੱਕੀ, ਮਤਲਬ ਯੂ ਬੀਨ ਲੱਕੀ ਕਿ ਕਿਰਤ ਦੇ ਟਾਈਮ ਤੇ ਯੂ نو ਹਾਲੇ ਤੁਸੀਂ ਕਹਿ ਰਹੇ ਹੋ ਬੜਾ ਸਮਾਨ ਐਸਾ ਆਇਆ ਹੋਇਆ ਸੀ, ਪਰ ਸਟਿਲ ਥੋੜਾ ਪਲੈਨਿੰਗ ਦੇ ਨਾਲ ਸਾਰੇ ਇੱਕੋ ਗੱਲ ਇੱਕੋ ਪੇਜ ਤੇ ਸੀ, ਬੱਚੇ ਵੀ ਉਹੀ ਕਹਿ ਰਹੇ ਆ, ਵੱਡੇ ਵੀ ਕਹਿ ਰਹੇ ਆ, ਤੇ ਵਿਆਹ ਹੋ ਗਿਆ। ਹੋਰ ਬੜੇ ਸਾਰੇ ਸਾਡੇ ਕੋਲ ਐਗਜ਼ਾਮਪਲਸ ਹਨ ਜਿਹੜੇ ਕਿ ਮੁਸ਼ਕਿਲ ਹੋਈ, ਜਿਨ੍ਹਾਂ ਨੂੰ ਬਹੁਤ ਮੁਸ਼ਕਿਲ ਹੋਈ। ਕੋਈ ਇੱਕ ਕਪਲ ਹੈਗਾ ਜਿਹੜਾ ਇੰਡੀਆ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਡੇਟਸ ਦਾ ਐਸਾ ਹੋਇਆ ਕਿ ਲਾਸਟ ਡੇਜ਼ 'ਚ ਉਹਨਾਂ ਦੀ ਫਲਾਈਟ ਸੀ ਤੇ ਉੱਥੋਂ ਲੋਕਡਾਊਨ ਸ਼ੁਰੂ ਹੋ ਗਿਆ, ਕੋਈ ਫਲਾਈਟਸ ਆਣੀ ਬੰਦ ਹੋ ਗਈ ਸਾਰੀ। ਸੋ ਇੰਨੀ ਐਂਗਜ਼ਾਈਟੀ ਉੱਥੇ, ਹਾਫ ਦਾ ਫੈਮਿਲੀ ਉੱਥੇ ਯੂ نو ਫਸੀ ਹੋਈ ਸੀ, ਹਾਫ ਇੱਥੇ ਹੈ। ਸੋ ਬੜੀਆਂ ਸਾਰੀਆਂ ਚੀਜ਼ਾਂ ਲੋਕਾਂ ਨਾਲ ਹੋਈਆਂ। ਸੋ ਬਟ ਤੁਹਾਨੂੰ ਲੱਗਦਾ ਹੈ ਕਿ ਜਦੋਂ ਸਾਰਾ ਖੁੱਲ ਜਾਏਗਾ ਤੇ ਵਾਪਸ ਅਸੀਂ ਆਪਣੇ ਯੂ نو ਜਿਸ ਤਰ੍ਹਾਂ ਕਰਦੇ ਸੀ ਪੰਜਾਬੀ ਵਿਆਹ ਉਹ ਕਰਾਂਗੇ ਕਿ ਥੋੜਾ ਪਰਿਵਰਤਨ ਆਏਗਾ, ਇਹ ਨਵਾਂ ਨਾਰਮਲ ਹੋ ਗਿਆ, ਨਿਊ ਨੋਰਮ ਹੈਗਾ ਕਿ ਵਾਪਸ ਆਪਣੀ ਯੂ نو ਥੋੜਾ ਤੇ ਮੈਨੂੰ ਲੱਗਦਾ ਬੜਾ ਬੇਸਿਕ ਇੱਕ ਜੰਜ ਕਰ ਰਹੀ ਜਿਹੜੀ ਉਹ ਜ਼ਮਾਨੇ 'ਚ ਸੁਣੀ ਹੁੰਦਾ ਸੀ ਕਿ ਉਹ ਚੀਜ਼ ਹੁੰਦੀ ਸੀ, ਯੂ نو ਬਾਈ ਚਾਂਸ ਉਸ ਤਰ੍ਹਾਂ ਹੋਇਆ, ਵਿਚ ਇਜ਼ ਰੀਅਲੀ ਗੁੱਡ। ਪਰ ਡੂ ਯੂ ਥਿੰਕ ਇਟ ਵਿਲ ਕਮ ਬੈਕ? ਮੈਨੂੰ ਲੱਗਦਾ ਹੈ ਕਿ ਕੁਝ ਮਹੀਨਿਆਂ ਤੱਕ ਮੈਂ ਹਮੇਸ਼ਾ ਇੱਕ पॉजिटिव सोच रख के चलना है। मैं सोचता कि सारा कुछ ठीक हो जाएगा, संसार फिर तो नॉर्मल हो जाएगा। मैंने लगता है कि उन साइंस ने 1 साल तक मेहनत की थी, वैक्सीन बन के आ गया ਤੇ ਹੁਣ ਮੈਂ ਕੱਲ ਗੁਰਦੁਆਰੇ ਗਿਆ ਸੀ, ਅੱਜ ਮੰਡੇ ਹੈ, ਕੱਲ ਸੰਡੇ ਸੀ, ਤੇ ਇਤਨੀ ਰੌਣਕ ਉੱਥੇ 100-150 ਬੰਦਾ ਆਇਆ ਹੋਇਆ, ਔਰ ਸਾਰੇ ਟੀਕੇ ਲਗਵਾ ਰਹੇ, ਵੈਕਸੀਨ ਲਗਾ ਰਹੇ, ਔਰ ਬੜੇ ਖੁਸ਼ ਹੋ ਕੇ ਮਿਲ ਰਹੇ ਇੱਕ ਦੂਜੇ ਨੂੰ। ਏਦਾਂ ਲੱਗ ਰਿਹਾ ਕਿ ਜਿੱਦਾਂ ਕੋਈ ਵਿਛੜ ਗਏ ਹੋਣ ਬੜੇ ਲੰਬੇ ਟਾਈਮ ਤੋਂ, ਤੇ ਆ ਕੇ ਸਾਰੇ ਮਿਲ ਰਹੇ ਸੀ, ਫਤਿਹ ਬੁਲਾ ਰਹੇ ਸੀ। ਤੇ ਉਹ ਇੱਕ ਬੜਾ ਚਾਅ ਜਿਹੜਾ ਹੁੰਦਾ ਨਾ ਇੱਕ ਸੋਸ਼ਲ ਮਿਲਣ ਦਾ ਇੱਕ ਦੂਜੇ ਨਾਲ, ਉਹਦੀ ਕਮੀ ਸਾਰਿਆਂ ਨੂੰ ਮਹਿਸੂਸ ਹੋ ਰਹੀ ਹੈ। I think वो भी जरूरी है कि वैक्सीन लाने दे एकदम बाद we are not safe, we have to take it little bit more precaution। पर बहुत ही वधिया है, it is बहुत ਅਸੀਂ ਇਸ ਤੁਹਾਡਾ ਕ੍ਰੈਡਿਟ ਜਾਂਦਾ ਹੈ ਕਿ ਤੁਸੀਂ ਗੁਰਦੁਆਰੇ 'ਚ ਵੀ ਔਰ ਤੁਹਾਡੇ ਕਲੀਨਿਕ ਦੀ ਵੀ ਪਿਕਚਰ ਸਾਨੂੰ ਪਹੁੰਚੀ ਹੋਈ ਹੈ, ਜਿਹੜੀ ਲਾਈਨਾਂ ਲੱਗੀਆਂ ਹੋਈਆਂ ਯੂ نو ਵੈਕਸੀਨੇਸ਼ਨ ਤੁਸੀਂ ਲਗਾ ਰਹੇ ਹੋ, ਜੌਨਸਨ ਐਂਡ ਜੌਨਸਨ ਵਾਲਾ ਵੀ, ਐਂਡ ਆਲਸੋ ਰੀਅਲੀ ਐਪਰੀਸ਼ੀਏਟ ਜਿਹੜੀ ਤੁਸੀਂ ਹੈਲਪ ਕਰਦੇ ਹੋ ਕਮਿਊਨਿਟੀ ਦੀ ਯੂ نو ਔਨ ਆਲ ਲੈਵਲਸ, ਕੀ ਬੱਚਿਆਂ ਨੂੰ ਕੀ ਵੱਡਿਆਂ ਨੂੰ ਤੁਹਾਡੀ ਹੈਲਪ ਔਰ ਤੁਹਾਡੀ ਜਸ ਪੰਜਾਬੀ ਦਾ ਜਿਹੜਾ ਸਾਥ ਹੈ ਤੁਸੀਂ ਦਿੰਦੇ ਹੋ ਹਮੇਸ਼ਾ, ਵੀ ਰੀਅਲੀ ਐਪਰੀਸ਼ੀਏਟ ਦੈਟ। ਐਂਡ ਮੇਰੇ ਵੱਲੋਂ ਥੈਂਕ ਯੂ। ਆਈ ਮਿਸਡ ਤਰਨ ਔਨ ਦਿਸ ਸ਼ੋ ਬਿਕੋਜ਼ ਤਰਨ ਇੰਟਰਸਟਿੰਗਲੀ, ਦੱਸੋ ਤੁਸੀਂ ਕਿੱਥੇ ਗਏ ਹੋਏ, ਸਾਰਿਆਂ ਨੂੰ ਵੀ ਪਤਾ ਹੋਏ। ਕਿਉਂਕਿ ਸਾਡੇ ਆਪਣੇ ਨੇਫਿਊ ਦਾ ਵਿਆਹ ਹੈਗਾ ਤੇ ਨਿਊਯਾਰਕ ਵਿੱਚ ਵਿਆਹ ਹੋ ਰਿਹਾ, ਤੇ ਅਸੀਂ ਸੈਟਰਡੇ ਨੂੰ ਲਿੰਕ ਤੇ ਉਹਨਾਂ ਦਾ ਵਿਆਹ ਸਾਰਾ ਦੇਖਿਆ। ਉੱਥੇ ਵੀ ਸਾਰੇ ਬੜੇ ਸਮਾਲ ਲੈਵਲ ਤੇ ਵਿਆਹ ਜਿਹੜਾ ਹੋਇਆ ਹੈਗਾ, ਤੇ ਅਸੀਂ ਦੇਖ ਕੇ ਉਹ ਜ਼ੂਮ ਤੇ ਸਾਰਾ ਵਿਆਹ ਦੇਖ ਕੇ ਤੇ ਵਧਾਈਆਂ ਦਿੱਤੀਆਂ, ਔਰ ਐਸਾ ਲੱਗਦਾ ਸੀ ਕਿ ਅਸੀਂ ਉਹਨਾਂ ਦੇ ਨਾਲ ਬੈਠੇ ਹਾਂ, ਕਿਉਂਕਿ ਜ਼ੂਮ ਵਿੱਚ ਸੰਗਤ ਵੀ ਨਜ਼ਰ ਆ ਰਹੀ ਹੈ, ਸਿੱਖਿਆ ਵੀ ਨਜ਼ਰ ਆ ਰਹੀ ਹੈ, ਆਨੰਦ ਕਾਰਜ ਵੀ ਨਜ਼ਰ ਆ ਰਿਹਾ, ਤੇ ਉਹ ਅਸੀਂ ਉਹਨੂੰ ਇੰਜੋਏ ਕੀਤਾ। ਤੇ ਇਹ ਚੰਗਾ ਹੈ ਕਿ ਉਹ ਵੀ 1 ਸਾਲ ਤੋਂ ਆਪਣਾ ਵਿਆਹ ਜਿਹੜਾ ਨਾ ਪੈਂਡਿੰਗ ਕਰਕੇ ਹੋਲਡ ਕਰਕੇ ਰੱਖੇ ਸੀ ਕਿ ਅਗਲੇ ਮਹੀਨੇ ਕਰਦੇ ਤੇ ਹੁਣ ਉਹਨਾਂ ਨੇ ਫਾਈਨਲੀ ਡਿਸਾਈਡ ਕੀਤਾ ਕਿ ਹੁਣ ਵਿਆਹ ਕਰਨਾ ਹੀ ਕਰਨਾ ਹੈ, ਕਿਉਂਕਿ ਬੱਚੇ ਬੱਚੀਆਂ ਮਿਲ ਜਾਣਗੇ, ਉਹਨਾਂ ਦੀ ਜ਼ਿੰਦਗੀ ਸ਼ੁਰੂ ਹੋ ਜਾਏਗੀ। ਤੇ ਜੋ ਬਾਕੀ ਸੰਸਾਰ ਨਾਲ ਹੋ ਰਿਹਾ ਉਹ ਤੇ ਹੋ ਹੀ ਰਿਹਾ ਹੈਗਾ, ਤੇ ਇਸ ਕਰਕੇ ਉਹ ਡਿਲੇ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ, ਕਿਉਂਕਿ ਇਹਦੇ ਵਿੱਚ ਸਰਟਨਿਟੀ ਨਹੀਂ ਹੈ। ਹਾਂ, ਇਦਾਂ ਨਹੀਂ ਹੈ ਕਿ ਇਸ ਤਰੀਕ ਨੂੰ ਇਸ ਮਹੀਨੇ ਕਦੋਂ ਓਪਨ ਹੋਏਗਾ। ਐਕਚੁਅਲੀ ਦਿਸ ਇਜ਼ ਸੋ ਕਲੋਜ਼ ਟੂ ਮਾਈ ਹਾਰਟ ਰਾਈਟ ਨਾਓ। ਮੇਰਾ ਨੈਫਿਊ ਦਾ ਵਿਆਹ ਇਸ ਵੇਲੇ ਰੱਖਿਆ ਹੋਇਆ ਹੈ, ਪਿਛਲੇ ਮਈ ਤੋਂ ਉਹਨਾਂ ਦੀ ਚੱਲ ਰਹੀ ਹੈ। ਉਹ ਲੰਡਨ ਹੁੰਦਾ ਹੈ, ਕੁੜੀ ਡਬਲਿਨ ਹੁੰਦੀ ਹੈ, ਪੇਰੈਂਟਸ ਕੁੜੀ ਦੇ ਦਿੱਲੀ ਹੁੰਦੇ ਆ ਤੇ ਮੁੰਡੇ ਦੇ ਪੇਰੈਂਟਸ ਨਿਊਜ਼ੀਲੈਂਡ ਹੁੰਦੇ ਆ, ਚਾਚਾ ਚਾਚੀ ਅਸੀਂ ਜਿਹੜੇ ਹੈਗੇ ਆ ਉਹ ਇੱਥੇ ਹੁੰਦੇ ਆ। ਸੋ ਇਹਨਾਂ ਇੰਟਰਨੈਸ਼ਨਲ ਨੂੰ ਇਕੱਠਾ ਕਰਨਾ ਇੰਨਾ ਮੁਸ਼ਕਿਲ ਹੋਇਆ ਕਿ ਹੁਣ ਅਪ੍ਰੈਲ ਅਗਲੇ 'ਚ ਇਸ ਅਪ੍ਰੈਲ 'ਚ ਵਿਆਹ ਰੱਖਿਆ, ਪਰ ਹਰ ਰੋਜ਼ ਇੱਕ ਨਵੀਂ ਇਨਫੋਰਮੇਸ਼ਨ ਆ ਰਹੀ ਹੈ ਕਿ ਸਰਜਨਸ ਹੋ ਰਹੀ ਹੈ, ਰਿਸਟ੍ਰਿਕਸ਼ਨਸ ਹੋ ਰਹੀਆਂ। ਸੋ ਐਵਰੀਬਡੀ ਇਜ਼ ਜਸਟ ਟਾਕਿੰਗ ਅਬਾਊਟ दैट, सो दैट्स वाई इट वॉज सो क्लोज टू माई हार्ट। एंड मैनू अज मैं कॉल्स नहीं लै सकी क्योंकि बहुत यू नो गैस्ट ਜਿਹੜੇ ਜ਼ਾਹਿਰਾ ਤੌਰ ਤੇ ਸਾਡੇ ਨਾਲ ਜੁੜੇ ਹੋਏ ਸੀਗੇ, ਉਹਨਾਂ ਦੀਆਂ ਗੱਲਾਂ ਸੁਣਨ ਨੂੰ ਟਾਈਮ ਨਿਕਲ ਗਿਆ। ਪਰ ਕੱਲ ਨੂੰ ਮੈਂ ਜ਼ਰੂਰ ਰਿਕੁਐਸਟ ਕਰਦੀ ਹਾਂ ਸਾਰਿਆਂ ਨੂੰ ਕਿ ਤੁਸੀਂ ਜ਼ਰੂਰ ਆਪਣੀ ਸ਼ੇਅਰ ਕਰੋ ਕਿ ਕਿਸ ਤਰ੍ਹਾਂ ਤੁਸੀਂ ਯੂ ਨੋ ਇਹ ਪੀਰੀਅਡ ਕੋਈ ਤੁਸੀਂ ਘਰ ਦਾ ਵੈਡਿੰਗ ਕੀਤੀ ਹੈ, ਕੋਈ ਅਟੈਂਡ ਕੀਤੀ ਹੈ, ਜਾਂ ਕੋਈ ਜਾਣਦੇ ਹੋ ਕਿ ਕੋਈ ਜਿਨ੍ਹਾਂ ਨੇ ਵੱਖਰੇ ਰਸਤੇ ਲੱਭੇ ਵਿਆਹ ਕਰਨ ਵਾਸਤੇ, ਉਹ ਫੋਟੋਆਂ ਵੀ ਮੈਨੂੰ arvind@justbroadcasting.com ਤੇ ਭੇਜ ਸਕਦੇ ਹੋ, ਤੇ ਕੱਲ ਤੁਸੀਂ ਫੋਨ ਕਰਕੇ ਉਹ ਸ਼ੇਅਰ ਵੀ ਕਰ ਸਕਦੇ ਹੋ। ਅੱਜ ਵਾਸਤੇ ਮਨਬੀਰ ਜੀ ਥੈਂਕ ਯੂ ਸੋ ਮਚ, ਅਨੀਤਾ ਐਂਡ ਮਿਸਟਰ ਭੰਡਾਰੀ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਅੱਜ ਵਾਸਤੇ ਇੰਨਾ ਹੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਬੀਰ ਜੀ।